ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰਿਜਿੰਗ ਗੈਪ ਬਿਟਵੀਨ ਯੰਗਸਟਰਸ ਐਂਡ ਗੁਰੂ ਗ੍ਰੰਥ ਸਾਹਿਬ ਜਾਂ ਵੈਲਿਊ ਸਿਸਟਮ ਕਹਿ ਲਓ। ਬੜੀ ਅੱਜ ਦੀ ਦਸ਼ਾ, ਮੈਂ ਪਹਿਲੇ ਲੈਕਚਰ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਕਿ ਜੋ ਸਾਡਾ ਸਾਰਾ ਸਮਾਜ ਹੈ, ਜੋ ਸਾਡਾ ਸਾਰਾ ਤਾਣਾ ਬਾਣਾ ਹੈ, ਜੋ ਅੱਜ ਅਸੀਂ ਵੇਖ ਰਹੇ ਹਾਂ ਆਪਣੇ ਆਸ-ਪਾਸ, ਉਹ ਵੇਖ ਰਹੇ ਹਾਂ ਅਸੀਂ ਆਪਣੀ ਅੱਖਾਂ ਨਾਲ ਵੀ, ਆਪਣੇ ਫਿਜ਼ੀਕਲੀ ਆਪਣੇ ਸਾਹਮਣੇ ਵੀ ਵੇਖ ਰਹੇ ਹਾਂ, ਟੀਵੀ 'ਚ ਵੀ, ਔਰ ਪੜ੍ਹ ਰਹੇ ਹਾਂ ਅਖਬਾਰਾਂ ਵਿੱਚ, ਮੈਗਜ਼ੀਨਾਂ ਵਿੱਚ, ਕਿ ਜੋ ਇਤਨੀ ਹਫੜਾ ਦਫੜੀ ਹੋ ਗਈ ਹੈ। ਐਸਾ ਸਿਸਟਮ ਕ੍ਰੀਏਟ ਹੋ ਚੁੱਕਿਆ ਜਿਸ ਸਿਸਟਮ ਦੇ ਵਿੱਚ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਵਟ ਟੂ ਡੂ। ਪਤਾ ਨਹੀਂ ਕਿਹੋ ਜਿਹਾ ਬਣ ਗਿਆ ਮਨੁੱਖ, ਔਰ ਕਿਹੋ ਜਿਹੀ ਲੱਗ ਗਈ ਹੈ ਇਹਨੂੰ ਭੁੱਖ। ਕੰਨ ਜਿਹੜੇ ਨੇ ਇਹ ਸੁਣ ਸੁਣ ਕੇ ਉਸਤਤ, ਇਹ ਰੱਜਦੇ ਵੀ ਨਹੀਂ ਅਤੇ ਥੱਕਦੇ ਵੀ ਨਹੀਂ, ਅਤੇ ਹੋਪ ਚੱਲੀ ਹੈ ਅਲੋਪ ਹੋ ਗਈ ਮਨੁੱਖ 'ਚੋਂ ਮਨੁੱਖਤਾ। ਅੱਜ ਜਦੋਂ ਅਸੀਂ ਆਪਣੇ ਬੱਚਿਆਂ ਨੂੰ, ਨੌਜਵਾਨਾਂ ਦੀ ਗੱਲ ਨੂੰ ਸੋਚਦੇ ਹਾਂ, ਤਾਂ ਜਿਹੜਾ ਇਹ ਗਲੋਬਲ ਕਲਚਰ ਜਿਹਦੇ ਬਾਰੇ ਮੈਂ ਬੜੀ ਵਾਰ ਚਿੰਤਾ ਇੱਥੇ ਜ਼ਾਹਿਰ ਕਰ ਰਿਹਾ, ਇਹ ਬਹੁਤ ਤੇਜ਼ੀ ਨਾਲ ਸਾਨੂੰ ਸਭ ਨੂੰ ਰੋਂਦ ਕੇ ਜੋ ਹੈ ਅੱਗੇ ਚੱਲ ਰਹੀ ਹੈ। ਵੀ ਕੈਨ ਨਾਟ ਸਟੋਪ ਦੈਟ ਗਲੋਬਲ ਕਲਚਰ। ਹੁਣ ਪ੍ਰਸ਼ਨ ਇਹ ਹੈ ਕਿ ਹਾਊ ਟੂ ਹੈਂਡਲ ਇਟ। ਇਹਨੂੰ ਅਸੀਂ ਕਿਸ ਤਰ੍ਹਾਂ ਜੋ ਹੈ ਇਸ ਨੂੰ ਹੈਂਡਲ ਕਰੀਏ, ਕਿਸ ਤਰ੍ਹਾਂ ਇਸ ਨੂੰ ਉਸ ਲੈਵਲ 'ਤੇ ਲੈ ਆਈਏ ਜੋ ਅਸੀਂ ਚਾਹੁੰਦੇ ਹਾਂ। ਸਾਡੀ ਜਨਰੇਸ਼ਨ ਨਸ਼ਿਆਂ ਦੇ ਵਿੱਚ ਲਿਪਤ ਹੈ, ਸਾਡੀ ਜਨਰੇਸ਼ਨ ਸੰਸਕਾਰਾਂ ਤੋਂ ਦੂਰ ਹੋ ਗਈ ਹੈ, ਸਾਡੀ ਜਨਰੇਸ਼ਨ ਗੱਲ ਗੱਲ ਦੇ ਉੱਤੇ ਜੋ ਅਸੀਂ ਵੇਖ ਰਹੇ ਹਾਂ ਕਿ ਇੱਕ ਬਾਲ ਲੱਗ ਗਈ ਛੋਟੀ ਜਿਹੀ ਰਬੜ ਦੀ, ਉਸ 'ਤੇ 15 ਬੰਦੇ ਆ ਕੇ ਇੱਕ ਡਾਕਟਰ ਦਾ ਮਰਡਰ ਕਰ ਦਿੰਦੇ ਨੇ, ਔਰ ਜੁਵੇਨਾਈਲ ਨੇ ਉਹ। ਇੱਕ ਕਾਰ ਡਰਾਈਵਰ ਨਾਲ, ਟੈਕਸੀ ਡਰਾਈਵਰ ਨਾਲ ਥੋੜ੍ਹਾ ਜਿਹਾ ਆਰਗੂਮੈਂਟ ਹੁੰਦਾ ਹੈ, ਔਰ ਉਸ ਆਰਗੂਮੈਂਟ ਨੂੰ ਇਹ ਹੈ ਕਿ ਚਲਦੀ ਟੈਕਸੀ ਵਿੱਚ ਉਸਨੂੰ ਜ਼ਿੰਦਾ ਮਾਰ ਦਿੱਤਾ ਜਾਂਦਾ ਹੈ, ਔਰ ਉਹ ਵੀ ਦੋਨੋਂ ਜੁਵਨਾਈਲ ਨੇ, 15 ਸਾਲ 16 ਸਾਲ ਉਮਰ ਹੈ ਬੱਚਿਆਂ ਦੀ। ਫਿਰ ਜਿਹੜੀ ਬੜੀ ਹੋਰ ਭਿਆਨਕ ਗੱਲ ਹੈ ਕਿ ਸਿਰਫ ਤੇ ਸਿਰਫ ਜਿਸਮ ਦਿਸ ਰਿਹਾ, ਨਾ ਮਾਂ ਦਿਖ ਰਹੀ ਹੈ, ਨਾ ਭੈਣ ਦਿਖ ਰਹੀ ਹੈ, ਨਾ ਧੀ ਦਿਖ ਰਹੀ ਹੈ। ਇਹ ਕਿਹੋ ਜਿਹੀ ਸੁਸਾਇਟੀ ਹੈ, ਕਿਹੋ ਜਿਹੀ ਸੁਸਾਇਟੀ ਡਿਵੈਲਪ ਹੋ ਰਹੀ ਹੈ। ਕਿੱਥੇ ਨਾ ਕਿੱਥੇ ਮੈਨੂੰ ਲੱਗਦਾ ਕਿ ਅਸੀਂ ਤੁਸੀਂ ਸਾਰੇ ਹੀ ਇਸ ਗੱਲ ਦੇ ਵਿੱਚ ਜ਼ਿੰਮੇਵਾਰ ਤਾਂ ਨਹੀਂ ਆ। ਬੱਚਿਆਂ ਦੀ ਪਰਵਰਿਸ਼ ਵੈਰ ਵਿਰੋਧ ਨਫ਼ਰਤ ਦੇ ਵਿੱਚ ਹੋ ਰਹੀ ਹੈ। ਹੇਟਡ ਸੁਸਾਇਟੀ ਸਾਰੀ ਬਣ ਗਈ ਹੈ। ਹੁਣ ਸਵਾਲ ਇਹ ਹੈ ਕਿ ਇਫ ਚਿਲਡਰਨ ਲਿਵ ਵਿਦ ਹੇਟ ਐਂਡ ਇਗਨੋਰਡ, they will grow up blind to discipline, beauty and true love। ਜਿਨ੍ਹਾਂ ਬੱਚਿਆਂ ਦੀ ਪਰਵਰਿਸ਼ ਹੀ ਹੇਟਡ ਤੋਂ ਹੋ ਰਹੀ ਹੈ, ਉਹ ਕਿਸੇ ਡਿਸਿਪਲਨ ਵਿੱਚ ਜਾਂ ਕਿਸੇ ਪ੍ਰੇਮ ਪਿਆਰ ਦੀ ਗੱਲ ਜਾਂ ਕਿਸੇ ਸੁੰਦਰਤਾ ਨੂੰ ਉਹਦਾ ਵੇਖਣ ਦਾ ਤਾਂ ਮਤਲਬ ਹੀ ਨਹੀਂ ਹੈ। ਹਮੇਸ਼ਾ ਇੱਕ ਗੱਲ ਯਾਦ ਰੱਖਣੀ ਕਿ ਚਿਲਡਰਨ ਲਰਨ ਵਟ ਦੇ ਲਿਵ। ਜਿਹੋ ਜਿਹੇ ਮਾਹੌਲ 'ਚ ਉਹ ਰਹਿ ਰਹੇ ਨੇ, ਉਹ ਵੀ ਕੁਛ ਉਹ ਸਿੱਖਣਗੇ। ਐਂਡ ਚਿਲਡਰਨ ਲਿਵ ਵਟ ਦੇ ਲਰਨ। ਜੇ ਕੁਛ ਉਹ ਸਿੱਖ ਰਹੇ ਨੇ, ਉਸੇ ਤਰ੍ਹਾਂ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਬਿਤਾਉਣੀ ਹੈ। ਉਹ ਕਹਿੰਦੇ ਨਾ ਕਿ ਸੰਤ ਕੋਲ ਇੱਕ ਪਿਤਾ ਬੱਚੇ ਨੂੰ ਲੈ ਗਿਆ ਕਿ ਇਹਨੂੰ ਕੁਛ ਸਿਰ 'ਤੇ ਹੱਥ ਰੱਖੋ, ਇਹਨੂੰ ਕੋਈ ਸੰਸਕਾਰ ਆਉਣ, ਬਿਹੇਵੀਅਰ ਠੀਕ ਹੋਵੇ, ਇਹਦਾ ਐਟੀਚਿਊਡ ਠੀਕ ਹੋਵੇ। ਅਤੇ ਉਹਨੇ ਇੱਕੋ ਹੀ ਗੱਲ ਕਹਿ ਦਿੱਤੀ, ਤੂੰ ਠੀਕ ਹੋ ਜਾ, ਬੱਚਾ ਆਪਣੇ ਆਪ ਠੀਕ ਹੋ ਜਾਏਗਾ। We will have to create the environment and environment will do the job। ਉਹ environment ਅਸੀਂ ਕ੍ਰੀਏਟ ਕਰਨਾ ਹੈ। ਪਰ ਨਫ਼ਰਤ ਵਿਚਲੇ ਜਿਹੜੀ ਉਹਨਾਂ ਦੀ ਪਰਵਰਿਸ਼ ਹੋ ਰਹੀ ਹੈ, ਹੋ ਕੀ ਰਿਹਾ ਅੱਜ? ਕਿਤਨੀ ਜਿਹੜੀ ਗਲੋਬਲ ਵਿਲੇਜ ਨੇ ਕਰ ਕੀ ਦਿੱਤਾ? ਦੇ ਬਾਈ ਥਿੰਗਸ ਦੇ ਡੋਂਟ ਨੀਡ। ਉਹ ਚੀਜ਼ਾਂ ਖਰੀਦੀਆਂ ਜਾ ਰਹੀਆਂ ਜਿਹਨਾਂ ਨੂੰ ਜ਼ਰੂਰਤ ਹੀ ਨਹੀਂ ਹੈ। ਵਿਦ ਦ ਮਨੀ ਦੇ ਡੋਂਟ ਹੈਵ। ਹਰ ਇਨਸਾਨ ਨੂੰ ਕਰਜ਼ਦਾਰ ਬਣਾ ਦਿੱਤਾ ਇਹਨਾਂ ਮਲਟੀਨੈਸ਼ਨਲ ਕੰਪਨੀਜ਼ ਨੇ। ਤੁਹਾਨੂੰ ਫੋਨ ਕਰਨਗੇ, ਕਾਰ ਲੈ ਲਓ, ਵਾਸ਼ਿੰਗ ਮਸ਼ੀਨ ਲੈ ਲਓ, ਉਹਨਾਂ ਨੇ ਕਿਹਾ ਜੀ ਸਾਡੇ ਕੋਲ ਪੈਸੇ ਨਹੀਂ ਹੈ।
आते रहने, कोई गल नहीं, तुसीं ये लो। ये सब की जिम्मेवारी है। असी आप जो है साडी परवरिश और गुरबाणी समझा रही है, गुरबाणी सानू कह रही है। गल तो सिर्फ यही ना, मैं यू क्रिएट द एनवायरमेंट एंड एनवायरमेंट विल डू द जॉब। घरां विच जदों तुसी गुरबाणी पढ़ोगे, गुरबाणी कह रही है बाबा माया साथ ना होए, इन माया जग मोया विरला बूझे कोए। और फिर असी बच्चों नू जो है मनी मेकिंग मशीन बना रहे हैं, सपने लै रहे हैं मनी मेकिंग दे। तो ये जिहड़ियां सारियां चीज़ां ने, फिर ये जिहड़ी जनरेशन जिस हालत च अज पहुँच चुकी है, अज जिन्ने पेरेंट्स ने, जिन्ने माता पिता ने, वो एकांत विच ने, और सच पुछो तो दुखांत विच ने। अज बच्चे अपने धर्म प्रति, अपनी भाषा प्रति, अपने फर्जां प्रति, अपनी दिख प्रति, अपने सभ्याचार प्रति मुनकर हो रहे हैं। यही तो मनुखता की होंद ते हस्ती है कि आने वाली जनरेशन, वो लैनन ने कहा सी ना कि तुसी दसो तुहाडे जिहड़ी जनरेशन, तुहाडे यंगस्टर्स के मूँह विच किहो जे गीत ने, मैं तुहानूं दस दिआंगा कि तुहाडे जिहड़े विश जिहड़ा है तुहाडी कौम दा या तुहाडी देश दा की है। अज की यंगस्टर सोच रहे ने, की उन्हां दे जिहड़े ने आम गलबात की हो रही है, ज़रा सुन के तो देखो, जरा समझ के तो देखो। साडी चिंता है कि बच्चे माता पिता का कहना नहीं मान रहे, दे आर नॉट ओबेइंग देयर पेरेंट्स। साडी चिंता यह है कि बच्चे अपने माँ बाप का रख रखाव नहीं कर रहे, सत्कार नहीं कर रहे। माँ बाप बिल्कुल एकदम आइसोलेट होके बैठे ने। मैं हज़ारां परिवारों दे विच वेख्या भी है, सुनिया भी है कि कितनी बुरी हालत है। ओल्ड एज होम खुलने किसी भी सोसाइटी दे विच, मैं समझदा कि एक बड़ी वड्डा जो है एक कर्स है, शर्म वाली गल है। फिर इंडियन सोसाइटी में जिहदी सभ्यता हज़ारां लखां साल पुरानी होवे, कित्थे ना कित्थे इहदी जड़ नूं अगर असीं सोचांगे तां मैनूं लगदा है कि असीं आप जिम्मेवार हाँ। सानूं गुरबाणी वार-वार समझा रही है बच्चों नूं। असीं, मैं फिर कह रहा कि असीं जदों आप ही नहीं पढ़ना तो बच्चों ते किस तरह इसदा असर पएगा। अगर बच्चे पढ़ते होन तो गुरु ग्रंथ साहब कह रहा उन्होंने समझा रहा है, काहे पूत जगरत संग बाप, जिन जाने जिनके जाने बडीरे तुमो 300 जगरत पाप। गुरबाणी दस रही है। फिर रसना फिक्का बोलना नित नित होए खुआर, जिहड़ा सत्कार नहीं हो रहा, जिहड़े कबोल बोले जा रहे हैं वड्डियां नाल, वो गुरबाणी कह रही है। कितनी विडंबना है कि एक माँ अपने लहू मास विचों एक बुत सिरज के अपने जिसम के हरेक रग विच अपने भविख, अपने फ्यूचर बारे सोचती है कि ये बीज जिहड़ा मैं बीजे अपने जिसम दे विच, ये कदों बूटा बनेगा, कदों दरखत बनेगा, और मैं फिर उस दरखत की ठंडी छां हेठां मैं सुख मानांगी। वो हसरतां लैके एक माँ 1 साल या 9 महीने बच्चे नूं अपने पेट विच रख के वो हसरतां लैके जींदी है। लेकिन जदों बीज वृक्ष बनता है, दरखत बनता है, तो अज असी देख रहे हैं जिहदियां मैं चिंता कीतियां ने कि वह बीज दरखत बनते ही एक निराशा का प्रतीक बन जाता है। माँ बाप दियां हसरतां दे खिलाफ जो है वो चलना शुरू हो जाता है। असी रिश्तियां दी, लहू दे रिश्तियां दी, अपने दोस्तां यारां दी ये इतनी बर्बादी वाल इतनी तेज़ी नाल वध रहे हैं। तो मैं अक्सर कहता हुन्ना, शायद मैं तुहानूं रिपीट लगे कि स्क्रिप्ट इज़ रैडी, ओनली शूटिंग इज़ लैफ्ट। साडी बर्बादी दी स्क्रिप्ट लिखी जा चुकी है, इहदे विच कोई दो राय नहीं होणियां चाहिदियां। देखो, लहू पानी नालों हमेशा गाढ़ा हुंदा है, पर रिश्तियां दा लहू, संबंधां दा लहू चिट्टा हो चुकिया अज। जदों अपने जम्मे बच्चे ही तुहाडी इज्जत नहीं करनगे, तुहाडा रख रखाव नहीं करनगे, और जे लहू चिट्टा हो जाए तो फिर पानी नालों भी पतला हो जाता है। और चिट्टे लहू कारण दिल दे विच जिहड़ियां झरीटां, सिर्फ झरीटां ही नहीं पैंदियां, दराड़ां पै जांदियां ने। वो दराड़ां अज मैं महसूस कर रहा, और ये साइन ऑफ बिग फॉल है। किसी सोसाइटी दे विच बच्चे वड्डियां दा सत्कार ना करन, माँ बाप दा सत्कार ना करन। मैं कई केस देखे ने जिहड़े बच्चे अपने माता पिता ते हथ चुकते हैं। ये साइन ऑफ बिग फॉल है कि बहुत वड्डी एक जो है असी
ਇੱਕਦਮ ਨੀਚੇ ਪਤਾਲ ਵੱਲ ਜਾ ਰਹੇ ਹਾਂ। ਸਾਡੀ ਚਿੰਤਾ ਅੱਜ ਦੀ ਦੁਨੀਆ ਦੇ ਅੱਜ ਇਸ ਸਮੇਂ ਦੇ ਐਜੂਕੇਸ਼ਨ ਦੇ ਨਾਲ ਹੈ, ਜਿਸ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਸਿਰਫ ਤੇ ਸਿਰਫ ਮਨੀ ਮੇਕਿੰਗ ਦੀ ਗੱਲ ਕਰ ਰਹੇ ਆ, ਸਿਰਫ ਤੇ ਸਿਰਫ ਜਿਹੜੀ ਹੈ ਪੈਸੇ ਕਮਾਉਣ ਦੀ ਗੱਲ ਹੋ ਰਹੀ ਹੈ। ਅੱਜ ਵਿਸ਼ਵ ਵਿੱਚ ਇੱਕ ਚਰਚਾ ਚੱਲ ਰਹੀ ਹੈ, ਬੜੀ ਸੀਰੀਅਸਲੀ ਚੱਲ ਰਹੀ ਹੈ ਵਿਦਵਾਨਾਂ ਦੇ ਵਿੱਚ, ਕਿ ਕੀ ਇਹ ਜਿਹੜਾ ਵੈਲਿਊ ਸਿਸਟਮ ਹੈ, ਇਹ ਜਿਹੜੇ ਸੰਸਕਾਰ ਨੇ, ਇਹ ਟੈਕਨੋਲੋਜੀ ਦੇ ਨੇੜੇ ਕਿਵੇਂ ਲਿਆਂਦੇ ਜਾਣ। ਮੈਂ ਪਹਿਲੇ ਚਿੰਤਾ ਜ਼ਾਹਿਰ ਕਰਤੀ ਹੈ ਕਿ ਜਿਹੜਾ ਇਹ ਟੈਕਨੋਲੋਜੀ ਦਾ ਵਰਲਡ ਗਲੋਬ ਕਲਚਰ ਦਾ ਜਿਹੜਾ ਤੂਫਾਨ ਆ ਰਿਹਾ ਹੈ, ਇਹ ਰੁਕਣਾ ਨਹੀਂ। ਤਾਂ ਵੈਲਿਊ ਸਿਸਟਮ ਤੇ ਟੈਕਨੋਲੋਜੀ, ਜਾਂ ਮੈਂ ਕਹਿ ਲਵਾਂ ਸਾਇੰਸ ਤੇ ਗੁਰੂ ਗ੍ਰੰਥ ਸਾਹਿਬ ਨੇੜੇ ਕਿਵੇਂ ਹੋ ਸਕਦੇ ਨੇ। ਤਾਂ ਮੈਂ ਇੱਕ ਲੈਕਚਰ ਵਿੱਚ ਇੱਕ ਗੱਲ ਕਹੀ ਸੀ ਇੱਕ ਵਾਰੀ, ਕਿ ਸਾਡਾ ਧਰਮ ਸਿਰਫ ਵਿਸ਼ਵਾਸ ਤੱਕ ਸੀਮਤ ਹੈ, ਵਿਚਾਰ ਨਹੀਂ ਹੈ। ਸਾਇੰਸ ਵਿਚਾਰ ਹੈ, ਸਾਇੰਸ ਇਸ ਲਈ ਅੱਗੇ ਚਲੀ ਗਈ। ਧਰਮ ਦੇ ਨਾਲ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ। ਸਿਰਫ ਵਿਸ਼ਵਾਸ ਕੁਛ ਨਹੀਂ ਕਰੇਗਾ। ਮੈਂ ਕਹਿਣਾ ਬੜੀ ਵਾਰ, ਸ਼ਰਧਾ ਬਹੁਤ ਪਿਆਰਾ ਇੱਕ ਸੰਕਲਪ ਹੈ, ਸ਼ਰਧਾ ਹੋਣੀ ਵੀ ਚਾਹੀਦੀ ਹੈ। ਕੋਈ ਧਰਮ ਬਿਨਾਂ ਸ਼ਰਧਾ ਦੇ ਚੱਲ ਨਹੀਂ ਸਕਦਾ, ਪਰ ਸ਼ਰਧਾ ਦੀ ਜਿਹੜੀ ਮੂਲ ਹੈ, ਸ਼ਰਧਾ ਦਾ ਜਿਹੜਾ ਰੂਟ ਹੈ, ਸ਼ਰਧਾ ਦੀ ਜਿਹੜੀ ਜੜ ਹੈ, ਉਹ ਗਿਆਨ ਹੋਣਾ ਚਾਹੀਦਾ, ਵਿਚਾਰ ਹੋਣਾ ਚਾਹੀਦਾ, ਇਲਮ ਹੋਣਾ ਚਾਹੀਦਾ। ਉਸ ਤੋਂ ਅਸੀਂ ਦੂਰ ਹਾਂ। ਚਿੰਤਾ ਇਹ ਹੈ ਕਿ ਟੈਕਨੋਲੋਜੀ ਨੇ ਧਰਮ ਨੂੰ, ਵੈਲਿਊ ਸਿਸਟਮ ਨੂੰ ਖਾ ਲੈਣਾ ਹੈ, ਖਾ ਰਹੀ ਹੈ। ਹੁਣ ਇਸ ਦਾ ਕਰੀਏ ਕੀ ਕਿ ਇਫ ਯੂ ਆਰ ਨਾਟ ਦਾ ਪਾਰਟ ਆਫ ਸੋਲਿਊਸ਼ਨ ਦੈਨ ਯੂ ਆਰ ਦਾ ਪਾਰਟ ਆਫ ਪ੍ਰੋਬਲਮ। ਇਹ ਸਾਨੂੰ ਸਭ ਨੂੰ ਇਹ ਸੋਚਣਾ ਪਏਗਾ ਕਿ ਜੇ ਅਸੀਂ ਇਹਨੂੰ ਸੋਲਿਊਸ਼ਨ ਨਹੀਂ ਕਰ ਸਕਦਾ ਇਸ ਪ੍ਰੋਬਲਮ ਦੇ, ਫਿਰ ਅਸੀਂ ਇਸ ਪ੍ਰੋਬਲਮ ਦੇ ਬਹੁਤ ਵੱਡੇ ਹਿੱਸੇ ਬਣ ਜਾਵਾਂਗੇ। ਬੜੀ ਸੰਜੀਦਗੀ ਨਾਲ ਸੋਚੋ ਕਿ ਵਟ ਵੀ ਆਰ ਗੋਇੰਗ ਟੂ ਹੈਂਡ ਓਵਰ ਟੂ ਆਰ ਫਿਊਚਰ ਜਨਰੇਸ਼ਨ। ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇਣ ਜਾ ਰਹੇ ਹਾਂ। ਤਾਂ ਇਸ ਲਈ ਹੁਣ ਸਮਾਂ ਆ ਗਿਆ। ਕਿਸੇ ਬੜੇ ਵਧੀਆ ਇੱਕ ਕੋਟੇਸ਼ਨ ਲਿਖੀ ਸੀ ਕਿ ਇਫ ਨਾਟ ਦੇਅਰ ਦੈਨ ਵੇਅਰ, ਇਫ ਨਾਟ ਨਾਓ ਦੈਨ ਵੈਨ, ਇਫ ਨਾਟ ਅਸ ਦੈਨ ਹੂ। ਜੇ ਹੁਣ ਨਹੀਂ ਕਰਾਂਗੇ ਤੇ ਕਦੋਂ ਕਰਾਂਗੇ, ਜੇ ਅਸੀਂ ਨਹੀਂ ਕਰਾਂਗੇ ਤੇ ਕੌਣ ਕਰੇਗਾ। ਇਹਨਾਂ ਸਾਰੀਆਂ ਗੱਲਾਂ ਦਾ ਚਿੰਤਨ ਸਾਨੂੰ ਇਹ ਚਿੰਤਨ ਕਰਨਾ ਪਏਗਾ। ਪਰ ਅਫਸੋਸ ਇਹ ਹੈ ਕਿ ਬੱਚੇ ਦੀ ਪਰਵਰਿਸ਼ ਕਰਨ ਦੇ ਵਿੱਚ ਬਹੁਤ ਵੱਡਾ ਹੱਥ ਮਾਂ ਦਾ ਹੈ। ਪਰ ਮਾਂ ਆਪਣੇ ਬੱਚੇ ਦੀ ਹਰ ਗਲਤੀ ਨੂੰ, ਹਰ ਅਪਰਾਧ ਨੂੰ, ਹਰ ਗੁਸਤਾਖੀ ਨੂੰ ਨਜ਼ਰਅੰਦਾਜ਼ ਕਰਦੀ ਹੈ। ਇਹ ਪਰਵਰਿਸ਼ ਦੇ ਵਿੱਚ ਸਾਨੂੰ ਸੋਚਣਾ ਪਏਗਾ। ਔਰ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਕਹਿ ਰਹੇ ਨੇ, ਗੁਰੂ ਗ੍ਰੰਥ ਸਾਹਿਬ ਸਮਝਾ ਰਹੇ ਨੇ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ। ਕਿ ਬੱਚਾ ਜਿਤਨੇ ਅਪਰਾਧ ਕਰਦਾ ਹੈ, ਮਾਂ ਜਿਹੜੀ ਹੈ ਉਸ ਨੂੰ ਅੱਖ ਪਰੋਖੇ ਕਰ ਦਿੰਦੀ ਹੈ। ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਨੇ ਕਿ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ। ਜੇ ਨਰ ਰਾਮ ਭਗਤ ਨੇ ਸਾਦੀ, ਜਨਮਤ ਕਸ ਨਾ ਮੋਹ ਅਪਰਾਧੀ। ਬੜੀ ਇਹਦੇ ਵਿੱਚ ਇੱਕ ਹੋਰ ਇਹਦੇ ਨਾਲ ਹੈ ਕਿ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ। ਇਹਦੇ ਬਾਰੇ ਬੜੇ ਵਿਚਾਰ ਹੁੰਦੇ ਨੇ ਕਿ ਜਿਸ ਦੇ ਕੋਲ ਵੈਲਿਊ ਸਿਸਟਮ ਨਹੀਂ, ਉਹਦੀ ਮਾਂ ਨੂੰ ਜਿਹੜਾ ਹੈ ਆਮ ਤੌਰ 'ਤੇ ਕਿਹਾ ਜਾਂਦਾ ਹੈ। ਇੱਥੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿਹਦੇ ਜਿਹੜੇ ਮਾਂ-ਬਾਪ ਨੇ ਆਪਣੇ ਬੱਚਿਆਂ ਨਾਲ ਗਿਆਨ ਨਹੀਂ ਵਿਚਾਰਿਆ, ਵੈਲਿਊ ਸਿਸਟਮ ਨਹੀਂ ਦਿੱਤਾ, ਉਹ ਵੀ ਇਹੀ ਕਹਿੰਦੇ ਨੇ ਵਿਧਵਾ ਕਸ ਨਾ ਭਈ ਮਹਤਾਰੀ। ਇਹਦਾ ਮਤਲਬ ਇਹ ਹੈ, ਇਹਨੂੰ ਸਖਤੀ 'ਚ ਨਾ ਲਿਜਾਣਾ, ਇਹਦਾ ਮਤਲਬ ਇਹ ਹੈ ਕਿ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਉਹਨਾਂ ਨੂੰ ਵੈਲਿਊ ਸਿਸਟਮ ਨਹੀਂ ਦੇ ਸਕਦੇ, ਸੰਸਕਾਰ ਨਹੀਂ ਦੱਸ ਸਕਦੇ, ਬੈਟਰ ਉਹ ਬੱਚਿਆਂ ਨੂੰ ਪੈਦਾ ਨਾ ਕਰਨ। ਇਹ ਬਿਹਾਈਂਡ ਦੀ ਲਾਈਨ ਇਹ ਕਹਿ ਰਹੇ ਨੇ ਕਿ ਮਾਵਾਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼, ਸੰਸਕਾਰਾਂ ਵਾਲੀ ਪਰਵਰਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਬੱਚੇ ਨੇ ਜੋ ਕੁਝ ਸਿੱਖਣਾ ਹੈ, ਬੱਚੇ ਦਾ ਜੇ ਸਹੀ ਮਾਇਨੇ ਵਿੱਚ ਸੰਬੰਧ ਹੈ ਤਾਂ ਉਹ ਮਾਂ ਨਾਲ ਹੈ। ਖੂਨ ਰਗਾਂ, ਮਾਂ ਨੇ ਜੋ ਖਾਇਆ ਉਹ ਬੱਚੇ ਵਿੱਚ ਗਿਆ, ਤਾਂ ਮਾਂ ਦਾ ਜੋ ਸੋਚਦੀ ਹੈ ਉਹ ਬੱਚੇ ਵਿੱਚ ਜਾਂਦੀ ਹੈ। ਔਰ ਇਹ ਗੱਲ ਤੈਅ ਹੈ, ਔਰ ਇਹ ਸਾਇੰਸ ਨੇ ਵੀ ਅੱਜ ਪ੍ਰੂਵ ਕਰ ਦਿੱਤਾ ਹੈ ਕਿ ਜਦੋਂ ਬੱਚਾ ਕਨਸੀਵ ਹੋ ਗਿਆ, ਉਸ ਤੋਂ ਬਾਅਦ ਹੀ ਬੱਚੇ 'ਤੇ ਤੁਹਾਡੇ ਸਾਰੇ ਇਨਵਾਇਰਮੈਂਟ ਦਾ, ਮਾਂ ਦੇ ਸੁਭਾਅ ਦਾ, ਮਾਂ ਦਾ, ਜੇ ਮਾਂ ਡਿਊਰਿੰਗ ਦੈਟ ਪ੍ਰੈਗਨੈਂਸੀ ਹਰ ਟਾਈਮ ਕਲੇਸ਼ ਹੋਏਗਾ ਘਰ 'ਚ, ਬੱਚਾ ਕਲੇਸ਼ੀ ਪੈਦਾ ਹੋਏਗਾ। ਜੇ ਮਾਂ ਸ਼ਾਂਤ ਹੋਏਗੀ, ਮਾਂ ਪੂਜਾ ਪਾਠ ਕਰ ਰਹੀ ਹੈ, ਉਹਦਾ ਜਿਹੜਾ ਇਨਵਾਇਰਮੈਂਟ ਘਰ ਦਾ ਸ਼ਾਂਤ ਹੈ, ਬੱਚਾ ਸਹਿਜ ਸੰਜਮ ਵਾਲਾ ਪੈਦਾ ਹੋਏਗਾ। ਇਹ ਸਾਇੰਟੀਫਿਕ ਪ੍ਰੂਵ ਹੋ ਚੁੱਕਿਆ ਹੈ। ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਬੜਾ ਜ਼ਰੂਰੀ ਹੈ। ਉਹ ਧਿਆਨ ਤਾਂ ਰੱਖਾਂਗੇ ਜਦੋਂ ਅਸੀਂ ਆਪਣੇ ਜਿਹੜੇ ਸਾਨੂੰ ਇੰਨੇ ਗੁਰੂ ਗ੍ਰੰਥ ਸਾਹਿਬ ਵਰਗੇ ਹੋਰ ਪੁਰਾਣੇ ਸਕ੍ਰਿਪਚਰ
हर रिलीजन के स्क्रिप्चर सानू ये गल्लां समझा रहे हैं, पर सानू प्रॉब्लम यह है कि असी तां गुरुद्वारे विच मंगां ही होर मंगन जाने आ, जिन्हां दा संबंध जनरेशन के संस्कारां नाल है ही नहीं। और जिहड़े माहौल दे विच असी बच्चिआं नूं दी परवरिश कर रहे हैं, उस माहौल दे विच तां फिर उहो ਜਿਹੇ ही बच्चे पैदा होणगे जिहड़े असी देख रहे हैं। किसी बड़े सियाणे ने कहा सी कि बर्ड्स बोर्न इन ए केज थिंक फ्लाइंग इज एन इलनेस, कि जिन्हां पक्षियां दी परवरिश पिंजरे विच हुंदी है, वो पंछी सोचते हैं कि जो उड़ना जिहड़ा ये गुनाह है, ये बीमारी है। जिन्हां बच्चों की परवरिश ही इस माहौल विच होएगी, वो कहेंगे संस्कार ते किसी का सत्कार करना गुनाह है। वो देख रहे हैं माँ बाप नूं कि वो अपने माँ बाप नाल की सलूक कर रहे हैं। इट्स हैपनिंग। तो बच्चे तो उही करनगे जो सानू वो देख रहे हैं। असी बच्चों नूं पिंजरे वाली परवरिश दे राह ते सिर्फ पैसा पैसा कल्चर दे विच, हेट कलर दे विच असी जिहड़ी उन्हां दी परवरिश कर रहे हैं, तो बच्चे उही कुछ जो है वो समझ रहे हैं। माँ नूं ये समझना है, माँ बाप नूं ये समझना है कि इफ़ यू हैव चिल्ड्रनस, अगर तुसी बच्चे पैदा किए ने, तो वैन यू फिनिश दैम द रैसट ऑफ द वर्ल्ड हैज़ टू लिव विद दैम, कि जदों उन्हां दी परवरिश पूरी हो गई है तो समझना कि इस इन्हां बच्चों ने फिर सोसाइटी विच विचरना है। जिहड़ा सुभाव वो घर अपने माँ बाप नाल कर रहा वही बाहर करेगा। माँ तो अपने बच्चे के अपराधां की अनदेखी कर देगी, बाहर आके प्रॉब्लम होएगी। ये गल्लां जिस दिन जो है, इसलिए माँ बाप नूं दा एक अखलाकी फर्ज है कि टीच दैम रिस्पैक्ट, उन्होंने सत्कार करना सिखाओ। लीव योर वैल्यूज़ एट द फ्रंट डेस्क, डोंट टेक योर चैकबुक, टेक योर हार्ट, कि अपने तुहाडी जिहड़ा मैरिट लिस्ट है उस दे विच लीव योर वैल्यूज़ एट द फ्रंट डेस्क। जिहड़ा संस्कारां दे विच तुहाडा सब तो पहले मैरिट लिस्ट च होना चाहिए, वो चाहिए कि इन्हां नूं रिस्पैक्ट सिखानी है बच्चे नूं। पैसे नाल बच्चे नूं ना खुश करो, है ना। डोंट टेक योर चैकबुक, टेक योर हार्ट, अपनी आत्मा, अपना दिल, अपनी सुरत जिहड़ी है वो बच्चे तक जाओ। अपनी चैकबुक तो मतलब है हर गल पैसे नाल बच्चे नूं ना करो। कोई जिद करदा है या कोई गल करदा है तो उसनूं पैसे नाल करदा है। गल नूं समझना कि वैन एवरीथिंग इज कमिंग इन योर वे, यू आर इन रोंग लेन। जदों हर चीज़ बिना मंगे, बिना हर चीज़ वो सामने दी जाएगी, इसका मतलब है कितने ना कितने किसी गलत राह ते तुर पिया हो। पैसे नाल मकान बन सकते हैं, घर नहीं। ये जदों तुसी आप समझोगे तो बच्चों तक ये गल जाएगी। महंगी घड़ी खरीदी जा सकती है, टाइम नहीं खरीदा जा सकता। उच्चा उहदा प्राप्त किया जा सकता है, लेकिन सत्कार नहीं प्राप्त कर सकते किसी नाल। दवाइयाँ खरीदियाँ जा सकदियां, सेहत नहीं खरीदी जा सकती। किताबां मिल जाणगियां, खरीद लोगे वध तो वध, पर ज्ञान नहीं खरीद सकते। सोहणे पलंग गद्दे खरीद लोगे, नींद किवें खरीदोगे। हुसन खरीदिया जा सकता है, वफा नहीं। और जिस ग्रह बहुत तिसे ग्रह चिंता, इस तीन लाइना च गुरु साहब ने समझाता है। जिस ग्रह बहुत तिसे ग्रह चिंता, जिस ग्रह थोड़ी सो फिरे भवंता, दोहों व्यवस्था से जो मुक्ता सोई सोहेला। ये हुण बच्चों को बैलेंस दसना है सानू कि जेड़ा जे पैसा नहीं है, पैसा बहुत है तां भी चिंता है, नहीं है तां भी भवंत है, इन्हां दोनों विच बैलेंस सिखाना है सानू। तो ये जिहड़ी है हुण कंट्राडिक्शनस ने, साडे विरोधाभास आप अपने साडे जीवन दे विच आ जांदियां ने। इमारतां तां असीं उच्चियां बना लियां, इरादे नीवें हो गए साडे, सड़कां चौड़ियां, सोचां सौड़ियां। ये है ना वो बाहर दिसे चानना, दिल अंधियारी रात, खरीदे बधेरियां वरदे घाटां। घर अपने देख लो, गोदाम बने पे ने, तुहानूं पता भी नहीं की चीज़ पई है। बस दो पैसे होण सही तुहाडे कोल। मकान वड्डे हो गए, परिवार छोटे हो गए, माइक्रो। कल गल हो रही सी, डिग्रियां वध गईयां, अकलां घट गईयां। ज्ञान वधेरे हो गया, सोच घट गई। दवाइयां वध रही ने, बीमारियां वध रही ने। बोलते वधेरे हाँ, सुनते घाट हाँ। तो अज की जनरेशन दसा मैं, साडी जनरेशन लिसन हाफ, दो तुसी बोलते हो अद्धा सुनते हैं,
अंडरस्टैंड क्वार्टर, थिंक जीरो, रिएक्ट डबल। हैपनिंग, ये सच है। लिसन हाफ, थिंक क्वार्टर, नहीं, अंडरस्टैंड क्वार्टर, थिंक जीरो, रिएक्ट डबल। गल्लां प्यार दियां करदे हां, व्यवहार साडा सारा नफरत वाला है। जदों मैं चिंता करती है, चंद ते पहुंच गया, गुआंढी का पता नहीं। शाहरुख खान नूं जुकाम है, वो बच्चों नूं पता है गुआंढी मर रहा है बीमारी नाल, किसे नहीं पता। विडंबना है, अरदासां वध गईयां ने, शरदा घट गई है, कद लम्मे हो गए ने, चरित्र छोटे हो गए ने। शांति लई जलूस कढ़दे आ और घर अंदर रोज़ लड़दे आ, कसमां गल गल ते खांदे आ, सच कदी बोलदे नहीं। ये एक ग्राउंड रियलिटी है, ये कंट्राडिक्शन ज़मीनी सच बन चुके हैं और ये घर घर की कहानी है और ये सब नाल हो रहा है। सानू बच्चों नू जो है वे ऑफ लाइफ तो, संस्कारां तो असी बच्चों नू आप दूर किया है। हुण इत्थे भी गुरबाणी दस रही है कि मनमुख उबे सुक गए, ना फल ते ना छाओ। जेड़ियां टाहनियां अपने वृक्ष नालों अलग हो जाणगियां, उन्होंने सुक जाना है, अपनी अपनी रूट्स तो अलग हो गई। सानू साडे संस्कारां तो हुण वो कल्चर कित्थे है? वो दादियां संस्कारां दियां जन्म साखियां सुनानियां, वो दादियां जिन्हां ने गोद विच बिठा के बच्चे नूं प्यार नाल समझाना है, वो दादियां और वो वड्डे वडेरे जिहड़े उच्चा उच्चा पाठ करते सी, सवेरे सवेरे असीं सुत्ते सुत्ते ही वो सुनते रहना, तो वो याद हो गए। वो माहौल कित्थे रह गए? तो असी बजुर्गों ते बच्चों ते नौजवानों दे विच गल हो रही सी ना, जनरेशन गैप की गल करते हैं कि हुण जनरेशन गैप हो गया। इन्ने एक वर्ड की लाइन नाल असी जनरेशन गैप है जी, जनरेशन गैप है कह के असी अपने आप नूं जो है सैटिस्फाई कर लैंदे आ। नो, इट इज़ नॉट जनरेशन गैप, इट इज़ ए कम्युनीकेशन गैप। साडी बच्चों नाल कम्युनीकेशन नहीं है, जिहड़ी मैं हैरान होना। सारा गुरु ग्रंथ साहब, सारी गीता, रामायण पढ़ लो, ये सारे डायलॉग्स ने, कम्युनीकेशन है। और ये कम्युनीकेशन साडी है, साडे बच्चों नाल ही नहीं है। तो ये जिहड़ा कम्युनीकेशन गैप है, इसने बहुत तबाही मचाई है। इसलिए बहुत ज़रूरी है कि असी बच्चों नूं सहज सिखाइए, संयम सिखाइए, सदाचार सिखाइए, सादगी, समाजिक कदरां कीमतां दी सोझी दईए, नैतिकता, जाबता, रब्बी प्रेम, शलीनता जिहड़े गुणां दा ज्ञान, वो सानू देना पेगा। और वक़्त दी लोड़ है। एक कल्चर है वी अस एंड ओर, हुण कल्चर हो गया आई मी माइन। ये कल्चर डिवेलप हो गया। असी कल्चर बच्चों नूं सिखाना है वी अस एंड ओर, सब इकट्ठे दी गल। और अगर औलाद प्यारी है और उस विच दिलचस्पी है तो सानू दसना पवेगा, दसना चाहिए कि गलती हो कित्थे रही है। ये सानू विचार करना बहुत ज़रूरी है। नौजवानों नूं, बच्चों नूं सानू राइट डायरैक्शन वाल चलाना है, उन्हां दी एनर्जी नूं मिसयूज तो होण तो बचाना है। परमात्मा ने हर मनुख नूं एनर्जी दित्ती है, पर वो एनर्जी सिर्फ तो सिर्फ असी माड़े पासिਆਂ विच यूज़ कर रहे हैं, जिन्हों मैं मनी मेकिंग कहता पहले। वो एनर्जी सिर्फ तो सिर्फ मनी मेकिंग ते लग गई। मैन मेकिंग कित्थे है? ये कदी जरूरत है बच्चों नूं दस्सण दी कि 2 thoughts डिसाइड सक्सैस इन योर लाइफ। पहला, द वे यू मैनेज वैन यू हैव नथिंग इन हैंड। जिस ग्रह बहुत तिसे ग्रह चिंता। द वे यू हैव, द सैकेंड, द वे यू बिहेव वैन यू हैव एवरीथिंग इन हैंड। ਜਦੋਂ ਤੁਹਾਡੇ ਕੋਲ ਦੁਨੀਆ ਦਾ ਸਭ ਸੁੱਖ ਸ਼ਾਂਤੀ ਔਰ ਸਾਰਾ ਕੁਝ ਮੁਹੱਈਆ ਹੈ, ਫਿਰ ਤੁਸੀਂ ਕਿਸ ਤਰ੍ਹਾਂ ਬਿਹੇਵ ਕਰਨਾ ਹੈ? ਫਿਰ ਜਦੋਂ ਤੁਹਾਡੇ ਕੋਲ ਕੁਝ ਨਹੀਂ, ਫਿਰ ਤੁਸੀਂ ਕਿਵੇਂ ਦੁਨੀਆ ਦੇ ਵਿੱਚ ਵਿਚਰਨਾ ਹੈ? ਇਹ ਗੱਲਾਂ ਸਾਨੂੰ ਸਮਝਾਣੀਆਂ ਪੈਣਗੀਆਂ। ਪਰ ਅਸੀਂ ਜ਼ੋਰ ਬੱਚਿਆਂ ਦਾ ਰਾਹ ਪੱਧਰ ਕਰਨ ਦਾ, ਉਹਨਾਂ ਦੇ ਜੀਵਨ ਨੂੰ ਸੁਖੀ ਬਣਾਉਣ ਵਿੱਚ, ਮਾਂ-ਬਾਪ, ਹਰ ਮਾਂ-ਬਾਪ ਚਾਹੁੰਦਾ ਮੇਰਾ ਬੱਚਾ ਸੁਖੀ ਹੋਏ। ਲੇਕਿਨ ਜਿਹੜਾ ਜ਼ਮਾਨਾ ਬੱਚਿਆਂ ਨੇ ਅੱਗੇ ਫੇਸ ਕਰਨਾ ਹੈ, ਮੈਂ ਸੱਚ ਦੱਸਾਂ ਮੈਨੂੰ ਬੜੀ ਚਿੰਤਾ ਹੈ कि साड़ी परवरिश थोड़ी जी दी हुई है कि असी अज भी अज दे जमाने नूं फेस कर पा रहे हैं। आने वाला जमाना बहुत बहुत टफ हैगा।
ਔਰ ਜਿਹੜੀ ਪਰਵਰਿਸ਼ ਅਸੀਂ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਉਹ ਦੇ ਰਹੇ ਹਾਂ ਅਸੀਂ ਇਤਨੀ ਸੌਫਟ ਪਰਵਰਿਸ਼ ਦੇ ਰਹੇ ਹਾਂ, ਇਤਨੀ ਅਸੀਂ ਸੋਫਿਸਟੀਕੇਟਿਡ ਪਰਵਰਿਸ਼ ਦੇ ਰਹੇ ਹਾਂ ਕਿ ਉਹ ਬੱਚੇ ਆਉਣ ਵਾਲੇ ਜ਼ਮਾਨਾ ਫੇਸ ਨਹੀਂ ਕਰ ਸਕਣਗੇ। ਇਹ ਗਰੰਟੀ ਹੈ। ਜੋ ਕੁਛ ਅੱਜ ਅਸੀਂ ਇਹ ਮਾੜਾਪਨ ਦੇਖ ਰਹੇ ਹਾਂ ਇਹ ਉਹੀ ਪਰਵਰਿਸ਼ ਦਾ ਨਤੀਜਾ ਹੈ। ਤਾਂ ਲੋੜ ਹੈ ਜ਼ਿਆਦਾ ਧਿਆਨ ਰੱਖਣ ਦੀ। ਕੋਈ ਮੁਸ਼ਕਲ ਜਾਂ ਸਮੱਸਿਆ ਪੈਦਾ ਹੋਵੇ ਤੇ ਪਹਿਲਾਂ ਹੀ ਹੱਲ ਕਰ ਦਿੰਦੇ ਹਾਂ ਅਸੀਂ ਬੱਚਿਆਂ ਦੀ। ਈਵਨ ਉਹਨਾਂ ਦੇ ਕੈਰੀਅਰ ਵੀ ਅਸੀਂ ਆਪ ਸੋਚ ਲੈਂਦੇ ਹਾਂ। ਮੈਂ ਬੜੀਆਂ ਮਾਵਾਂ ਦੇਖੀਆਂ ਜਿਹੜੇ ਬੱਚਿਆਂ ਦੇ ਹੋਮਵਰਕ ਆਪ ਕਰਕੇ ਦੇ ਦਿੰਦੇ ਨੇ। ਇਹ ਪਰਵਰਿਸ਼ ਦਾ ਇੱਕ ਹਿੱਸਾ ਹੈ। ਆਪਣੀ ਸੰਤਾਨ ਨੂੰ ਜਦੋਂ ਜਹਿਦ ਤੇ ਮਿਹਨਤ ਵਿੱਚੋਂ ਗੁਜ਼ਰਦਿਆਂ ਸਿੱਖੇ ਜਾਣ ਵਾਲੇ ਸਬਕ ਸਿੱਖਣ ਹੀ ਨਹੀਂ ਦਿੰਦੇ। ਹੁਣ ਮੈਂ ਜਦੋਂ ਇਹ ਗੱਲਾਂ ਕਰ ਰਿਹਾ ਥੋੜ੍ਹਾ ਜਿਹਾ ਸਿਰ ਨੀਵਾਂ ਕਰਕੇ ਆਪਣੇ ਅੰਦਰ ਸੋਚਣਾ ਜ਼ਰੂਰ ਕਿ ਕੀ ਅਸੀਂ ਵੀ ਬੱਚਿਆਂ ਨਾਲ ਐਵੇਂ ਤਾਂ ਨਹੀਂ ਕਰ ਰਹੇ। ਸਵੇ ਕਾਬੂ, ਸੰਜਮ, ਸਰਬ, ਤਿਆਗ, ਸੰਕੋਚ ਤੇ ਮਿਲਵਰਤਨ ਆਦਿ ਜੇ ਗੁਣ ਨਾ ਤਾਂ ਉਹਦੀ ਸਮਝ ਵਿੱਚ ਅਸੀਂ ਉਪਜ ਹੀ ਨਹੀਂ ਦਿੱਤੇ। ਜਦੋਂ ਕਿਸੇ ਟਾਈਮ ਬੜੀਆਂ ਵੱਡੀਆਂ ਫੈਮਲੀਆਂ ਇਕੱਠੀਆਂ ਹੁੰਦੀਆਂ ਸੀ ਤਾਂ ਬੜੇ ਸੰਸਕਾਰ, ਔਰ ਅਸੀਂ ਜੋ ਕੁਝ ਸਿੱਖਿਆ ਇੱਕ ਵੱਡੀ ਫੈਮਿਲੀ ਵਿੱਚ ਹੀ ਸਿੱਖਿਆ। 4 ਬ੍ਰਦਰ ਨੇ, ਉਹਨਾਂ ਦੇ ਅੱਗੋਂ 4-4 ਬੱਚੇ ਨੇ, ਇੱਕੋ ਬਿਲਡਿੰਗ ਦੇ ਵਿੱਚ 20 ਜੀ ਰਹਿਣੇ, ਔਰ ਫਿਰ ਪਿਆਰ ਨਾਲ ਰਹਿਣਾ। ਰਸੋਈਆਂ ਇੱਕੋ ਹੋਣੀਆਂ ਜਾਂ 2 ਹੋਣੀਆਂ, ਸਾਰੇ ਹਰ ਇੱਕ ਦੇ ਕੰਮ। ਮੈਨੂੰ ਯਾਦ ਹੈ ਮੁਹੱਲੇ ਦੇ ਮੇਰਾ ਖਿਆਲ 150 ਗਜ਼ ਪਰੇ ਵੀ ਮਕਾਨ ਤੋਂ ਕਿਸੇ ਨੇ ਕਹਿਣਾ ਸਾਡਾ ਇਹ ਕੰਮ ਕਰਦੇ, ਅਸੀਂ ਭੱਜੇ ਜਾਂਦੇ ਸੀ, ਕਰਦੇ ਸੀ। ਅੱਜ ਤਾਂ ਮਾਂ ਦਾ ਕਹਿਣਾ ਵੀ ਬੱਚਾ ਨੇ ਨਹੀਂ ਮੰਨਣਾ। ਇਹ ਕਲਚਰ ਕਿਵੇਂ ਡਿਵੈਲਪ ਹੋ ਗਿਆ? ਤਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਾਨੂੰ ਨਜ਼ਰਅੰਦਾਜ਼ ਕਰਕੇ ਵੀ ਲਿਆ ਕੋਈ ਫੈਸਲਾ ਸਮੱਸਿਆ ਨੂੰ ਨਹੀਂ ਸੁਲਝਾਏਗਾ। ਇਸ ਲਈ ਬੜੀ ਮੈਨੇਜਮੈਂਟ ਟੈਕਨੀਕ ਚਾਹੀਦੀ ਹੈ। ਲਾਈਫ ਸਕਿੱਲ ਦੀ ਜਿਹੜੀ ਗੱਲ ਕੀਤੀ ਸੀ ਕੱਲ੍ਹ, ਜਿਨ੍ਹਾਂ ਘਰਾਂ ਵਿੱਚ ਬੱਚਿਆਂ ਨੂੰ ਉਹਨਾਂ ਦੀਆਂ ਗਲਤੀਆਂ ਦੇ ਕਾਰਨ ਸਰੀਰਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ, ਉੱਥੇ ਬੱਚੇ ਬਹੁਤ ਝੂਠ ਬੋਲਦੇ ਨੇ। ਕਦੀ ਤੁਸੀਂ ਇਸ ਗੱਲ ਦਾ ਦੇਖ ਲੈਣਾ। ਇਸ ਲਈ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਜਿਹੜੀ ਕਲਾ ਹੈ ਉਹ ਸਿੱਖੀਏ। ਆਪਣਾ ਬਣਾਉਣ ਦੀ ਕਲਾ ਜਿਹੜੀ ਸਿੱਖਣੀ ਪਏਗੀ। ਬੱਚਿਆਂ ਵਿੱਚ ਨਫ਼ਰਤ ਹੋ ਜਾਂਦੀ ਹੈ ਆਪਣੇ ਮਾਂ-ਬਾਪ ਦੇ। ਇਸ ਤਰ੍ਹਾਂ ਦੇ ਮੈਂ ਬੜੇ ਕੇਸ ਦੇਖੇ ਨੇ। ਮੇਰੇ ਆਪਣੇ ਕਜ਼ਨ ਨੇ, ਚਾਚਾ ਜੀ ਸਾਡੇ, ਬਹੁਤ ਹੀ ਉਸ ਦੇ ਨਾਲ ਕਰਦੇ ਸੀ ਇਸ ਤਰ੍ਹਾਂ ਜ਼ੋਰ ਜ਼ਬਰਦਸਤੀ। ਉਹ ਡਿਪਰੈਸ਼ਨ ਵਿੱਚ ਆ ਗਿਆ ਔਰ ਉਸਨੇ ਸਲਫਾ ਖਾ ਕੇ ਸੁਸਾਈਡ ਕਰ ਲਿਆ ਸੀ। ਬੜਾ ਇਲਾਜ ਮੈਂ ਦਿੱਲੀ ਵੀ ਉਹਦਾ ਕਰਵਾਇਆ ਡਿਪਰੈਸ਼ਨ ਦਾ, ਪਰ ਉਦੋਂ ਮੈਂ ਸ਼ਾਇਦ ਇਸ ਗੁਰੂ ਗ੍ਰੰਥ ਸਾਹਿਬ ਤੋਂ ਮੈਂ ਵੀ ਥੋੜ੍ਹਾ ਜਿਹਾ ਦੂਰ ਸੀ। ਇਹ ਬੜੀ ਪੁਰਾਣੀ ਗੱਲ ਹੈ, 15 ਸਾਲ 17 ਸਾਲ ਪਹਿਲੇ ਦੀ ਗੱਲ ਹੈ। ਤਾਂ ਬੱਚਿਆਂ ਵਿੱਚ ਨਫ਼ਰਤ ਹੋ ਜਾਂਦੀ ਹੈ ਆਪਣੇ ਮਾਂ-ਬਾਪ ਦੇ ਪ੍ਰਤੀ ਅਗਰ ਜ਼ੋਰ ਜ਼ਬਰਦਸਤੀ ਕਰਾਂਗੇ ਜਾਂ ਉਹਨੂੰ ਫਿਜ਼ੀਕਲ ਸਜ਼ਾਵਾਂ ਦੇਵਾਂਗੇ। ਗੱਲ 'ਤੇ ਬਹਾਨੇ ਲਗਾਉਣ ਲੱਗ ਜਾਣਗੇ, ਕਿਉਂਕਿ ਹਰ ਵੇਲੇ ਗਲਤੀ ਕਰਨ ਦੇ ਤੇ ਸਜ਼ਾ ਮਿਲਣੀ ਹੈ, ਇਸ ਤੋਂ ਉਹਨਾਂ ਨੂੰ ਡਰ ਲੱਗਿਆ ਰਹਿੰਦਾ ਹੈ। ਤਾਂ ਆਤਮ ਵਿਸ਼ਵਾਸ ਜਿਹੜਾ ਸੈਲਫ ਕੌਨਫੀਡੈਂਸ ਹੈ ਉਹ ਬੱਚਿਆਂ ਦੇ ਵਿੱਚ ਜਿਹੜਾ ਹੈ ਉਹ ਨਹੀਂ ਆਏਗਾ। ਬੱਚਿਆਂ ਦੇ ਵਿੱਚ ਆਮ ਤੌਰ 'ਤੇ ਮੈਂ ਸੱਚੀ ਦੱਸਾਂ, ਸਾਨੂੰ ਤਾਂ ਕਈ ਵਾਰੀ ਸਾਡੇ ਦੋਸਤਾਂ ਸਾਹਮਣੇ ਹੀ ਸਾਡੇ ਮਾਤਾ ਪਿਤਾ ਗੁੱਸੇ ਹੋ ਜਾਂਦੇ ਸੀ, ਪਰ ਹੁਣ ਮਾਹੌਲ ਬਦਲ ਗਿਆ। ਤਾਂ ਬੱਚਿਆਂ ਨੂੰ ਜਿਹੜਾ ਨਾ ਸਾਰੀ ਉਮਰ ਉਹਨਾਂ ਨੂੰ ਵੰਡਣ ਵਿੱਚ ਹੀ ਅਸੀਂ ਲਾ ਦਿੰਦੇ ਹਾਂ। ਗੱਲ 'ਤੇ ਕ੍ਰਿਟਿਸਿਜ਼ਮ, ਗੱਲ 'ਤੇ ਹਰ ਗੱਲ 'ਤੇ ਕਰਦੇ ਹਾਂ। ਇਸ ਨੂੰ ਆਪਾਂ ਨੂੰ ਸਮਝਣਾ ਹੈ ਕਿ ਬੱਚਿਆਂ ਦੀ ਪਰਵਰਿਸ਼ ਨੂੰ ਜੋ ਹੈ ਕਰਦੇ ਹੋਏ ਬੱਚਿਆਂ ਨੂੰ ਪਿਆਰ ਨਾਲ ਸਮਝਾਈਏ। ਬੱਚਿਆਂ ਦੀ ਹਰ ਗੱਲ 'ਤੇ ਉਹਦਾ ਕ੍ਰਿਟਿਸਾਈਜ਼ ਨਾ ਕਰੀਏ ਉਹਨੂੰ। ਜੇ ਉਹਨਾਂ ਦੇ ਸੁਭਾਵਕ ਭਾਵਨਾਵਾਂ ਦਾ ਵਿਰੋਧ ਕਰਾਂਗੇ ਤਾਂ ਹਿੰਸਕ ਤੇ ਲੜਾਕੇ ਹੋ ਜਾਣਗੇ। ਇਹ ਸਾਈਕੋਲੋਜੀ ਕਹਿ ਰਹੀ ਹੈ। ਜੇ ਉਹਨਾਂ ਵਿੱਚ ਡਰ ਪਾਵਾਂਗੇ ਕਿਸੇ ਚੀਜ਼ ਦਾ ਤਾਂ ਹਰ ਚੀਜ਼ ਤੋਂ ਡਰਨਗੇ। ਬੱਚੇ ਵਿੱਚ ਡਰ ਮਾਂ-ਬਾਪ ਹੀ ਪਾਉਂਦੇ ਨੇ। ਛੋਟੀਆਂ ਦੁੱਧ ਪੀ ਲੈ ਨਹੀਂ ਤਾਂ ਉਹ ਬਿੱਲੀ ਆ ਜਾਏਗੀ ਜਾਂ ਚੂਹਾ ਆ ਜਾਏਗਾ, ਅਸੀਂ ਆਮ ਕਰਦੇ ਹਾਂ ਘਰਾਂ ਦੇ ਵਿੱਚ। ਜੇ ਉਹਨਾਂ 'ਤੇ ਤਰਸ ਕਰੋਗੇ ਤਾਂ ਹਰ ਥਾਂ 'ਤੇ ਹਰ ਥਾਂ 'ਤੇ ਸਹਾਰਾ ਢੂੰਡਣਗੇ। ਤਰਸ ਵੀ ਨਹੀਂ ਕਰਨਾ ਬੱਚਿਆਂ 'ਤੇ। ਤੋ ਨਿੱਕੀਆਂ ਗੱਲਾਂ ਵਿੱਚ ਉਹ ਢਹਿਰੀ ਹੋ ਜਾਣਗੇ। ਮਖੌਲ ਉਡਾਵਾਂਗੇ ਤੇ ਲੁਕਣ ਲੱਗ ਪੈਣਗੇ। ਸ਼ਾਈਨੈਸ ਆ ਜਾਏਗੀ ਉਹਨਾਂ ਵਿੱਚ। ਤੇ ਜੇ ਗੱਲ 'ਤੇ ਸ਼ਰਮਸਾਰ ਕਰਾਂਗੇ ਤਾਂ ਉਹਨਾਂ ਦੀ ਦ੍ਰਿਸ਼ਟੀਕੋਣ ਜਿਹੜੀ ਹੈ ਉਹ ਸੰਕੀਰਨ ਹੋ ਜਾਏਗੀ। ਮੈਂ ਜਿੰਨੀਆਂ ਗੱਲਾਂ ਕਰ ਰਿਹਾ ਇਹ ਸਾਈਕੋਲੋਜੀ ਜਿਹੜੀ ਕਿਤਾਬ ਦੇ ਵਿੱਚ ਮੈਂ ਦੇਖੀਆਂ ਕਿ ਇਸ ਤਰ੍ਹਾਂ ਬੱਚਿਆਂ ਦੀ ਜਿਹੜੀ ਹੈ ਬਿਹੇਵੀਅਰ, ਜਿਹੜਾ ਉਹਨਾਂ ਦਾ ਐਟੀਚਿਊਡ ਗਲਤ ਪਾਸੇ ਚਲਾ ਜਾਂਦਾ ਹੈ। ਤੇ ਜੇ ਸੈਲਫ ਕੌਨਫੀਡੈਂਸ ਭਰਾਂਗੇ ਤਾਂ ਹਰ ਮੁਸ਼ਕਿਲ ਨੂੰ ਜੋ ਹੈ ਹੱਲ ਕਰਨ ਦਾ ਤਰੀਕਾ ਲੱਭਣਗੇ। ਕੋਈ ਬੱਚਾ ਗਲਤੀ ਕਰ ਲੇ, ਤੇ ਮੈਂ ਹੁਣ ਵੀ ਆਪਣੇ ਘਰ ਦੇਖਦਾ ਛੋਟੇ ਬੱਚੇ ਨੂੰ, ਕੋਈ ਉਹ ਗਲਤੀ ਕਰ ਲੇ ਤੇ ਉਹ ਮਾਂ ਕਹਿ ਰਹੀ ਹੁੰਦੀ ਉਹਨੂੰ
कि से सॉरी कहंदे सी। पर मैं तुहानू पुछदा सारिਆਂ ਨੂੰ कि when was the last time you told your child I am sorry for anything I have ever said or done that has hurt you? जाने अनजाने तुसी भी सैकड़ों टाइम बच्चों के दिल ਨੂੰ कदी ना कदी हर्ट करते होवोगे। कितने असी बैठे हाँ अपने दिल ते हथ रख के कि असी अपने बच्चों को क्या होवे बेटा आई एम सॉरी। एक बारी तुहाडे कोलों कोई गल हो गई है और बच्चे नूं दुख लग्या और बच्चा रोया है या बच्चे ने मन ते लाई है, तुसी सॉरी कह दिओ, मैं दावे नाल कहना वो बच्चा तुहाडा गुलाम बन जाएगा, तुहाडे ते प्राउड करेगा, तुहानूं गलवकड़ी पा के तुहानूं प्यार करेगा। तो ब्रिंग दैम बैक टू लाइफ। उन्हां बच्चों नूं जिहड़े इस माहौल दे विच जिन्हां दा जो है हो चुकिया है सारा कुछ, उन्हां नूं लाइफ की तरह अगर वापस लियाना है तो सब तो पहला सबक उन्होंने की समझाना है कि आसमान में उड्डो, कोई मनाही नहीं, शर्त यह है कि ज़मीन नूं नज़रअंदाज नहीं करना, अपने रूट्स नूं नज़रअंदाज नहीं करना। ये जिस दिन असी बच्चे नूं पा देंगे गल, मेरे कोल एक रिपोर्ट है यूनीसैफ दे, जेड़े जुवेनाइल ने, जेड़े बच्चे क्राइम करते हैं, वो रिपोर्ट है मेरे को 2014 की है कि किस तरह लगभग 190 कंट्रीज़ दे विच यूनीसैफ ने ये जो है पूरा सारा उन्होंने ये जेड़े जुवेनाइल ने इन्हां दे उत्ते काम किया। तो उन्हां दी रिपोर्ट दे विच ये पाया गया कि जिहड़ी स्टडी दे द मोर टाइम यू स्पेंड विद योर चाइल्ड द मोर इंटैलीजेंट द टोडलर इज़ गोइंग टू बी। कि वो ये कहते हैं कि माँ बाप ने अपने बच्चों को समा नहीं दिता और बच्चे इस क्राइम दे विच पै गए। तो उन्होंने जिहड़ा नटशैल दसिया कि जिन्ना ज़्यादा टाइम तुसी अपने बच्चे नाल गुजारोगे उन्ना ही वो इंटैलीजेंट होणगे और उन्ना ही वो टोडलर इज़ गोइंग टू बी। टोडलर मतलब यंग बॉय हू जस्ट स्टार्ट वॉकिंग। फिर वो कहते हैं रिसर्चर्स इन ब्रिटेन कैरीड आउट ए स्टडी एंड फाउंड the children whose father play an active role in their upbringing not only have higher IQ but are likely to achieve a higher social status later in life। हुण इत्थे मैं भी अपने लैक्चर विच कह दिता कि मावां दा बच्चे नाल संबंध है, बच्चे दा संबंध तो माँ बाप दोनों का है और फर्ज भी जिथे माता का उत्थे पिता का भी है। ये रिपोर्ट यूनीसैफ दी कह रही है कि जेड़े बच्चों का विच खास करके पिता ने भी इंटरस्ट लिया ज़्यादा, उहदे विच उन्होंने कहा है कि असी देखिया कि उन्होंने विच एक IQ बहुत ज़्यादा है और सोशल जिहड़ी लाइफ है, सोशल स्टेटस है, वो अपनी जिंदगी दे विच बहुत उच्छे गए हैं। ये यूनीसैफ की रिपोर्ट है। तो इसलिए मैं फिर कह रहा कि माँ बाप दोनों का फर्ज है कि बच्चों की परवरिश जिहड़ी है वो कहते हैं कि डोंट फाइंड फॉल्ट फाइंड रैमडी। कि हुण जिहड़ी गल है कि हुण फॉल्ट लभण की गल छड्ड दिओ, हुण तवज्जो देनी है रैमडी ते। नाल फिर कहता है कि एन एरर डज बिकम ए मिसटेक अनलैस यू रिफ्यूज टू करैक्ट इट। एक छोटी जी एरर मिसटेक बन जाती है तां बनती है कि उस एरर नूं आपां करैक्ट जिहड़े नहीं करते। जे उस एरर नूं एक छोटी जी भुल नूं असी उत्थे ही ठीक कर लईए तो फिर वो गलती बनेगी नहीं। साडा आम तौर पर मैं टैक्नोलॉजी की जो गल करदा तो अज टैलीविज़न ने जो हाल साडे परिवारां दा कर दिता है। टैलीविज़न अज दे समय ड्राइंग रूम विचों हुंदा होया बैडरूम तक पहुँच गया और हुण अज घर दा मालक जिहड़ा ना वो असी तुसी नहीं है, वो टैलीविज़न है। मैं देखदा और मैं कल भी रात मैं थोड़ा जिहा मैं गल कर रहा सी, बच्चे नूं खाना खवाना है तो कोई पता नहीं सीरियल है भीम, बच्चे ने लगा के दे दो रोटी खा रहा है, भीम लगाओगे तो रोटी खानी। बेडरूम तक पहुँच गया टैलीविज़न, ड्राइंग रूम तो होंदा जबकि टैलीविज़न सी बेडरूम तक ड्राइंग रूम तक। तो कसूर टैलीविज़न का नहीं है, साडी नीयत दा है। लोड़ अनुसार इच्छा अनुसार टीवी वरतन का जिहड़ा वल है वो आना चाहिए सानू। बच्चों नूं पुछया गया सी ना
कि परमात्मा ने पूछा सी कि वट दे वुड लाइक गॉड टू डू फॉर यू, कि बेटा मैं परमात्मा दसो मैं तुहाडे लई की कर सकदा। तो एक बच्चे ने कहा सी मैनू टैलीविज़न बना दो, क्योंकि माँ बाप बैठते ही टैलीविज़न कोल ने, वैसे मेरे कोल तो बैठते नहीं, मैं टैलीविज़न होऊंगा मेरे माँ बाप तो कोल होणगे। तो जद तक असी बच्चों नूं परवरिश दे विच टाइम अपना परसनल नहीं देंगे, हुण गल तो घर घर विच आया है, घर घर विच नौकर है, तो बच्चे नौकर नूं पाड़ रहे हैं। मैं पिछली बार एक गल कही सी कि देखते हाँ कई घरां विच जाईदा है, तो मेरे अपने किसी रिश्तेदार के घर में बैठा सी, तो वो हसबैंड ने कह लिया भी रोटी लिया, कहती ब्रेक आन दो। यह कल्चर साडे घरां दा है, बच्चे तरस रहे ने। मैं हर बार एक गल सुनाना जरूर सुनावांगा इस बार भी, कि अमेरिका विच बड़े झक्खड़ आंदे ने, इहनूं टारनैडो कहंदे ने। तो एक एरिए विच स्कूल है बच्चे का, एक एरिए विच माँ जिहड़ी है वर्किंग है, वो टारनैडो आंदा है, तो जिधर माँ काम करती है उधर झक्खड़ आया, वो 6-7 दिन दफ्तर बंद रहा। तो बच्चा घर आंदा है, फिर माँ उसनों खाना खिलाती है, सवेरे भेजती है, बूट पाती है, फिर भेजती है। 7 दिनों बाद फिर माँ अपने काम जाती है, तो बच्चा माँ नूं पुछदा है माँ हुण टारनैडो कदों आएगा। ये गल्लां इतनियां सेंसिटिव ने, यू बिलीव मी, जदों मैं इसनूं मेरा ख्याल 150 बार पढ़ चुकिया, और 150 बार अंदर जिहड़ी है ना सारे रोम मेरे जिहड़े सेंसिटिव इतने हो गए। बच्चा अपनी पॉकेट मनी चों बचा के कुछ पैसे इकट्ठे करता है, 500 रुपए के करीब। एक दिन पिता लेट आंदा है, जाग रहा होंदा है, बच्चा कहता पापा तुसीं किन्ने पैसे कमा लैंदे हो रोज़? वो कहता क्यों तू पूछ रहा? नहीं मैं वैसे पूछ रहा। कहते मैं 1000 रुपया रोज़ कमाना। कहते 500 रुपये ले लो, अद्धा दिन तुसीं मेरे नाल रह लो। तो ये गल्लां मतलब बच्चा माँ नूं कह रहा कि माँ तू आ जिहड़ी अलमारी नूं चाबी ला के काम करन चली जाती है, ये खुली क्यों नहीं रखती? वो कहते नुकरानी चोरी ना कर ले। तो कहती फिर मैं इत्थे हैगा तो तू मैनू तो छड्ड के चली जानी है, पैसों नूं अलमारी नूं चाबी लगा के जानी है। इन्हां गल्लां नूं सानूं बहुत समझना पेगा। बच्चों नूं सब तो पहले माता पिता ने लीड करना है, माता पिता ने रस्ता दिखाना है। ए लीडर इज़ वन हू नोज द वे, गोज द वे एंड शोज द वे। लीडर वो हुंदा है जिहड़ा रस्ते नूं दिखा सके, चंगा रस्ते नूं। नोज द वे जिन्हों पता होवे कि इस पासे चलना है, गोज द वे उस रस्ते ते आप चलदा होवे, शोज द वे अगों बच्चों नूं उस पासे भेजो। इस तरह के पेरेंट्स होने पेगन। ये फन बिल्कुल समझना पेगा सानू। पेरेंट्स शुड बी कोच ऑफ देयर चिल्ड्रन, कोच होने चाहिए ने पेरेंट्स बच्चों के। और याद रखना माँ के हथ विच करामात है, बोल दे विच बरकत है माँ दे। एक व्यक्ति वाली फौज है, वन मैन आर्मी है माँ। माँ नूं जो है बहुत ज़रूरी है। माँ चाहे तो बच्चे नूं देवता बना सकती है, माँ चाहे तो बच्चे नूं वॉरियर बना सकती है। जिवें मैं नेपोलीयन ते रस्कन दियां गल्लां तुहानूं आम दसदा कि नेपोलीयन ने कहा मैनू माँ चंगियां मावां दे दिओ, मैं तुहानूं चंगी कौम देंगा। रस्कन ने कहा कि माई मदर केंड बाइबल इनटू माई स्किन, मेरी माँ ने संस्कार जिहड़े ने वो मेरी रगां विच पा दित्ते ने। ये माँ ने बच्चे दी रगां दे विच पाने ने। निक्कियां निक्कियां गल्लां करामात दियां जिहड़ियां ने वो ताकत रखदियां ने माँ दियां। माँ दियां जिहड़ियां प्रेरणावां ने वो महापुरुष पैदा करदियां ने। जो कुछ बीजो ध्यान रखो कि बीज जिहड़ा तुसीं की बीज रहे हो, क्योंकि जो बीज रहे हैं पता लगेगा कल की उपजना है। ईमानदारी सिखाओगे बच्चे नूं तो उहदे च विश्वास पैदा हो जाएगा। बच्चे नूं चंगियाई नाल तुसीं पालोगे तो तुहाडा दोस्त बन जाएगा। निमरता नाल पालोगे तो अपनत्त हो जाएगा, अपनापन आ जाएगा उहदे विच। धीरज नाल पाओगे तो हर मैदान जितेगा वो। मेहनत नाल अगर उसनूं मेहनत करनी सिखाओगे तो हर मैदान विच सफलता प्राप्त करेगा। कुर्बानी नाल करोगे तो उहदे च प्यार आएगा, प्रेम आएगा। खिमा नाल वफादारी, विश्वास नाल
ਕਰਾਮਾਤਾਂ ਉਪਜਦੀਆਂ ਨੇ, ਔਰ ਇਹ ਕਿਰਮਾਤ ਮਾਂ ਕਰ ਸਕਦੀ ਹੈ। ਗੁਰਬਾਣੀ ਦੇ ਵਿੱਚ ਬੜਾ ਕਲੀਅਰ ਕਿਹਾ ਹੈ ਕਿ 3 ਧਨ ਜਨਿੰਦੀ ਮਾਓ ਆਏ ਸਫਲ ਸੇ। Blessed are the mothers who gave birth to them, and fruitful is their coming into the world। ਸਾਨੂੰ ਇਹੋ ਜਿਹਾ ਅੱਜ ਸਮਾਜ ਸਿਰਜਣਾ ਪਏਗਾ। ਪਰ ਸਵਾਲ ਫਿਰ ਇਹ ਹੈ ਕਿ who will guard the guardians? ਜਿਹੜੇ ਗਾਰਡੀਅਨਸ ਨੇ ਉਹਨਾਂ ਨੂੰ ਕੌਣ ਗਾਰਡ ਕਰੇ? ਸਾਨੂੰ ਤੁਹਾਨੂੰ ਜਿਹੜੇ ਅਸੀਂ ਅੱਜ ਇਸ ਮੈਚਿਓਰਿਟੀ ਵਿੱਚ ਆਇਆ, ਸਾਨੂੰ ਬੜਾ ਜ਼ਰੂਰਤ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ। ਸਾਨੂੰ ਜਿਹੜੇ ਗਾਰਡੀਅਨ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਬੱਚਿਆਂ ਦੇ ਵਿੱਚ ਸੁਪੀਰੀਅਰਿਟੀ ਕੰਪਲੈਕਸ ਨਾ ਪਾਓ, ਨਾ ਪੈਣ ਦਿਓ। ਅਤੇ ਇਹਦੇ ਲਈ ਨਿਮਰਤਾ ਸਿਖਾਉਣ ਲਈ ਇੱਕ ਮੈਂ ਕਹਾਣੀ ਪੜ੍ਹੀ, ਔਰ ਇਹ ਸੱਚ ਹੈ। ਬਾਟਾ ਸ਼ੂ ਕੰਪਨੀ ਦੇ ਮਾਲਕ ਦੇ ਘਰ ਕੋਈ ਗੈਸਟ ਆਏ, ਮਹਿਮਾਨ ਆਏ। ਉਹ ਮਾਲਕ ਆਪ ਤਸ਼ਤਰੀ ਚੱਕ ਕੇ ਚਾਹ ਦੀ ਲੈ ਕੇ ਡਰਾਇੰਗ ਰੂਮ ਵਿੱਚ ਗਿਆ, ਜਦ ਕਿ ਸੈਂਕੜੋਂ ਨੌਕਰ ਨੇ। ਅਤੇ ਬੱਚੇ ਨੇ ਪੁੱਛ ਲਿਆ ਸੀ ਕਿ ਨੌਕਰ ਨੇ ਪਾਪਾ ਤੁਸੀਂ ਆਪ ਕਿਉਂ ਜਾ ਰਹੇ ਹੋ? ਕਹਿੰਦੇ ਉਹ ਮਹਿਮਾਨ ਮੇਰੇ ਨੇ, ਮੇਰੇ ਨੌਕਰ ਦੇ ਨਹੀਂ ਨੇ, ਮੈਂ ਆਪ ਜਾਵਾਂਗਾ। ਇਹ ਸੇਵਾ ਦਾ ਭਾਵ, ਔਰ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸੇਵਾ ਦੀ ਗੱਲ ਹੈ ਉਹ ਜਗ੍ਹਾ ਜਗ੍ਹਾ ਦੇ ਉੱਤੇ ਗੁਰੂਆਂ ਨੇ ਆਪ ਕਰਕੇ ਦਿਖਾਇਆ ਹੈ। ਸਿਰਫ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਨਹੀਂ ਹੈ। ਇਤਿਹਾਸ ਪੜ੍ਹੋਗੇ ਤਾਂ ਦੇਖਣਾ ਪਏਗਾ, ਸੋਚਣਾ ਪਏਗਾ, ਸਮਝਣਾ ਪਏਗਾ ਕਿ ਬੱਚਿਆਂ ਨੂੰ ਓਬੀਡੀਐਂਟ ਬਣਾਉਣਾ ਹੈ ਕਿ ਡਿਊਟੀਫੁਲ ਬਣਾਉਣਾ ਹੈ। ਹੁਣ ਦੇਰ ਇਜ਼ ਲੋਟ ਆਫ ਡਿਫਰੈਂਸ ਬਿਟਵੀਨ ਓਬੀਡੀਐਂਟ ਐਂਡ ਡਿਊਟੀਫੁਲ। ਪੇਰੈਂਟਸ ਬਿਲੀਵ ਇਨ ਬੀ ਓਬੀਡੀਐਂਟ। ਹਰ ਘਰ ਵਿੱਚ ਅਸੀਂ ਬੱਚੇ ਨੂੰ ਕਹਿੰਦੇ ਹਾਂ ਬੀ ਓਬੀਡੀਐਂਟ, ਪਰ ਓਬੀਡੀਐਂਟ ਜ਼ੋਰ ਨਾਲ ਹੋਏਗਾ, ਇਸ ਲਈ ਬੱਚਿਆਂ ਦੇ ਵਿੱਚ ਅਗਰੈਸ਼ਨ ਪੈਦਾ ਹੋ ਜਾਏਗਾ। ਜਿਹੜਾ ਡਿਊਟੀਫੁਲ ਹੈ ਇਹ ਉਹਦੇ ਵਿੱਚ ਜੋ ਹੈ ਸਹਿਜ ਲਿਆਏਗਾ। ਉਸ ਨੂੰ ਡਿਊਟੀ ਸਿਖਾ, ਤੇਰੀ ਡਿਊਟੀ ਹੈ, ਜ਼ੋਰ ਨਾਲ ਓਬੀਡੈਂਟ ਨਹੀਂ ਬਣਾਉਣਾ। ਤਾਂ ਅਗਰੈਸ਼ਨ ਪੈਦਾ ਹੋ ਜਾਣਾ ਹੈ, ਦੇ ਰਿਵੋਲਟ, ਰੈਬਲ ਬਣ ਜਾਣਗੇ। ਓਬੀਡੈਂਟ ਗੁਲਾਮੀ ਦਾ ਪ੍ਰਤੀਕ ਹੈ, ਔਰ ਡਿਊਟੀਫੁਲ ਰਿਸਪੌਂਸਿਬਿਲਿਟੀ ਦਾ ਜੋ ਹੈ ਉਹ ਸਿਖਾਉਂਦਾ ਹੈਗਾ। ਇਸ ਨੂੰ ਸਮਝਣਾ, ਡਿਊਟੀਫੁਲ ਅਤੇ ਓਬੀਡੈਂਟ ਨੂੰ, ਕਿ ਬੱਚਿਆਂ ਨੂੰ ਡਿਊਟੀਫੁਲ ਬਣਾਓ, ਓਬੀਡੀਐਂਟ ਨਹੀਂ। ਬੱਚਿਆਂ ਵਿੱਚ ਸੈਂਸ ਆਫ ਰਿਸਪੌਂਸਿਬਿਲਿਟੀ ਦਾ ਅਹਿਸਾਸ ਦੇਣਾ ਬਹੁਤ ਜ਼ਰੂਰੀ ਹੈ। ਅੰਡਰ ਰਿਸਪੌਂਸਿਬਿਲਿਟੀ ਏ ਮੈਨ ਗਰੋਜ਼। ਜਿਹਨੂੰ ਰਿਸਪੌਂਸਿਬਿਲਿਟੀ ਦੇ ਦਿਓਗੇ ਉਹਦੇ ਫਿਰ ਕੰਧਿਆਂ 'ਤੇ ਤਗਮਿਆਂ ਦੀ ਜ਼ਰੂਰਤ ਨਹੀਂ ਹੈ। ਜਿਹੜੀ ਗੱਲ ਮੈਂ ਕਹੀ ਨਾ, ਇਹ ਮੈਨ ਗਰੋਜ਼। ਤੋ ਰਿਸਪੌਂਸਿਬਿਲਿਟੀ ਇਜ਼ ਏ ਐਗਜ਼ਾਮ, ਇੱਕ ਪ੍ਰੀਖਿਆ ਵੀ ਹੈ ਰਿਸਪੌਂਸਿਬਿਲਿਟੀ ਦੀ। ਜਦੋਂ ਬੱਚਿਆਂ ਨੂੰ ਤੁਸੀਂ ਰਿਸਪੌਂਸਿਬਿਲਿਟੀ ਦੇਗੇ, ਫਿਰ ਮਾਂ ਬਾਪ ਨੂੰ ਕਿਹਾ ਗਿਆ ਕਿ ਬੀ ਏ ਲਰਨਰ ਵਿਦ ਦੈਮ, ਡੋਂਟ ਬਿਹੇਵ ਐਜ਼ ਏ ਲਰਨਡ ਮਾਸਟਰ। ਅੱਜ ਜਿਹੜਾ ਜ਼ਮਾਨਾ ਆ ਰਿਹਾ ਹੈ, ਗਲੋਬਲਾਈਜੇਸ਼ਨ, ਇੱਥੇ ਲਰਨਰ ਦੀ ਗੱਲ ਨਹੀਂ ਹੈ। ਜਿਹੜੀ ਗੱਲ ਇਹ ਬਿਲੋਂਗਸ ਟੂ ਲਰਨਰ, ਲਰਨਡ ਦੀ ਗੱਲ ਨਹੀਂ ਹੈ। ਅਤੇ ਬੀ ਏ ਲਰਨਰ, ਕਿ ਤੁਸੀਂ ਵੀ ਸਿੱਖਣ ਵਾਲੇ ਹੋ, ਤੁਸੀਂ ਵੀ ਸਿੱਖਣਾ ਹੈ। ਅੱਜ ਇਹ ਨਹੀਂ ਹੈ ਕਿ ਸਭ ਕੁਝ ਤੁਸੀਂ ਹੋ ਗਏ, ਲਰਨਡ ਨਹੀਂ ਬਣਨਾ, ਲਰਨਰ ਬਣਨਾ। ਤਾਂ ਇਹ ਬੀ ਏ ਫੈਸਿਲੇਟਰ, ਏ ਫਰੈਂਡ, ਏ ਪਾਰਟਨਰ, ਮਤਲਬ ਮਦਦ ਕਰਨ ਵਾਲਾ ਬਣੋ ਬੱਚਿਆਂ ਦੇ, ਇੱਕ ਦੋਸਤ ਬਣੋ। ਬਿਲਡ ਐਨ ਇਮੋਸ਼ਨਲ ਬੌਂਡ ਵਿਦ ਯੂਅਰ ਚਿਲਡਰਨ, ਲਵ ਦੈਮ ਐਂਡ ਵਿਨ ਦੈਮ। ਜਿਹੜਾ ਮੈਂ ਕਿਹਾ ਸੀ ਨਾ, ਕਿੰਨਿਆਂ ਕੁਝ ਸਾਡੇ ਬੱਚਿਆਂ ਨੂੰ ਕਦੀ ਸੋਰੀ ਕਿਹਾ, ਇੱਥੇ ਹੈ ਕਿ ਬਿਲਡ ਐਨ ਇਮੋਸ਼ਨਲ ਬੌਂਡ, ਇਮੋਸ਼ਨਲ ਹੋ ਬੱਚਿਆਂ ਦੇ ਨਾਲ, ਵਿਦ ਯੂਅਰ ਚਿਲਡਰਨ, ਲਵ ਦੈਮ ਐਂਡ ਵਿਨ ਦੈਮ। ਤੁਸੀਂ ਉਹਨਾਂ ਨੂੰ ਪਿਆਰ ਕਰੋ ਔਰ ਫਿਰ ਜਿੱਤ ਲਓ ਉਹਨਾਂ ਨੂੰ। ਡੋਂਟ ਗਿਵ ਦੈਮ ਸੋਲਿਊਸ਼ਨ, ਐਨਕਰੇਜ ਦੈਮ ਟੂ ਫਾਈਂਡ ਸੋਲਿਊਸ਼ਨ। ਉਹਨਾਂ ਨੂੰ ਕਿਸੇ ਕੋਈ ਪ੍ਰੋਬਲਮ ਆ ਗਈ ਤਾਂ ਉਹਨਾਂ ਨੂੰ ਸੋਲਿਊਸ਼ਨ ਤੁਸੀਂ ਨਾ ਕਰਕੇ ਦਿਓ, ਉਹਨਾਂ ਨੂੰ ਹੱਲਾਸ਼ੇਰੀ ਦਿਓ ਕਿ ਬੇਟਾ ਤੂੰ ਆਪ ਕਰ। ਐਕਸੈਪਟ ਯੂਅਰ ਚਾਈਲਡ ਐਂਡ ਦੈਨ ਟਰਾਈ ਟੂ ਚੇਂਜ। ਜੇ ਕਿਸੇ ਬੱਚੇ ਨੂੰ ਬਦਲਣਾ ਹੈ ਤਾਂ ਪਹਿਲੇ ਉਹਨੂੰ, ਜਿਹੜਾ ਮੈਂ ਐਕਸੈਪਟ, ਰਿਸਪੈਕਟ ਅਤੇ ਪ੍ਰੋਟੈਕਟ ਦੀ ਗੱਲ ਕੀਤੀ ਸੀ, ਕਿ ਪਹਿਲੇ ਬੱਚੇ ਨੂੰ ਤੁਹਾਨੂੰ ਐਕਸੈਪਟ ਕਰਨਾ ਪਏਗਾ, ਫਿਰ ਉਸ ਤੋਂ ਬਾਅਦ ਉਸ ਨੂੰ ਐਕਸਪੋਜ਼ ਯੂਅਰ ਚਾਈਲਡਸ ਟੈਲੈਂਟਸ। ਇਹ ਬਹੁਤ ਜ਼ਰੂਰੀ ਹੈ। ਰਿਮੈਂਬਰ ਯੂ ਆਰ ਯੂਅਰ ਚਾਈਲਡਸ ਬੈਸਟ ਟੀਚਰ ਐਂਡ ਬੈਸਟ ਫਰੈਂਡ। ਫਿਰ ਪ੍ਰੋਵਾਈਡ ਯੂਅਰ ਚਾਈਲਡ ਏ ਫ੍ਰੀ ਟਾਈਮ। ਉਹੀ ਟਾਈਮ ਦੀ ਗੱਲ ਆ ਗਈ ਕਿ ਟਾਈਮ ਜਿਹੜਾ ਦੇਣਾ ਪਏਗਾ ਉਹ ਬਹੁਤ ਜ਼ਰੂਰੀ ਹੈ। ਬੀ ਏ ਰੋਲ ਮਾਡਲ। ਜਿਹੜੀ ਗੱਲ ਮੈਂ ਕਹੀ ਸੀ, ਤੂੰ ਆਪ ਚੰਗਾ ਹੋ ਜਾ, ਆਪਣੇ ਆਪ ਬੱਚਾ ਚੰਗਾ ਹੋਏਗਾ। ਜੇ ਤੂੰ ਆਪ ਰੋਲ ਮਾਡਲ ਹੋਏਗਾ, ਬੱਚੇ ਆਪਣੇ ਆਪ ਸਮਝ। ਗੋਲਡਨ ਰੂਲ ਜਿਹੜਾ ਬੱਚੇ ਨੂੰ ਸਮਝਾਉਣ ਵਾਲਾ ਹੈ, ਟਰੀਟ ਦ ਅਦਰਸ ਦ ਵੇ ਯੂ ਵਾਂਟ ਟੂ ਬੀ ਟਰੀਟਡ। ਤੂੰ ਉਸ ਤਰ੍ਹਾਂ ਦਾ ਬਿਹੇਵ ਕਰ
ਕਿਸੇ ਵੀ ਹੋਰ ਨਾਲ ਜਿਹੋ ਜਿਹਾ ਤੂੰ ਚਾਹੁੰਦਾ ਕਿ ਉਹ ਤੇਰੇ ਨਾਲ ਬਿਹੇਵ ਕਰੇ। ਇਹ ਬੱਚਿਆਂ ਨੂੰ ਅਸੀਂ ਸਮਝਾਉਣਾ ਹੈ। ਕਦੀ ਕਦੀ ਬੱਚੇ ਕੋਈ ਚੰਗਾ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਰਿਵਾਰਡ ਵੀ ਦੇ ਦੇਣਾ ਚਾਹੀਦਾ ਹੈ। ਡੋਂਟ ਟਰਾਈ ਟੂ ਕਰੈਕਟ ਚਿਲਡਰਨਸ ਵੈਨ ਦੇ ਆਰ ਐਂਗਰੀ। ਜਦੋਂ ਬੱਚਾ ਗੁੱਸੇ ਵਿੱਚ ਹੈ ਉਦੋਂ ਉਸ ਨੂੰ ਕਰੈਕਟ ਕਰਨ ਦੀ ਜ਼ਰੂਰਤ ਨਹੀਂ ਹੈ। ਜਸਟ ਲੁੱਕ ਵਿਦ ਕੰਪੈਸ਼ਨ ਐਂਡ ਰਿਮੇਨ ਕੁਆਇਟ। ਫਿਰ ਥੋੜ੍ਹੀ ਜਿਹੀ ਦਇਆ ਵੀ ਉਸ 'ਤੇ, ਐਂਪਥੀ ਜਿਹਨੂੰ ਕਹਿੰਦੇ ਨੇ, ਕਿ ਬੱਚੇ ਨੂੰ ਕੋਈ ਤਕਲੀਫ ਹੋਈ ਹੈ ਤਾਂ ਐਂਪਥੀ ਸ਼ੋ ਕਰੋ ਕਿ ਉਹ ਤਕਲੀਫ ਮੇਰੀ ਹੈ, ਤੇਰੀ ਨਹੀਂ ਹੈ। ਸਟਾਪ ਕੰਪੇਅਰਿੰਗ ਵਿਦ ਅਦਰਸ। ਆਪਣੇ ਬੱਚੇ ਨੂੰ ਕਿਸੇ ਹੋਰ ਇੰਟੈਲੀਜੈਂਟ ਬੱਚੇ ਨਾਲ ਕਦੀ ਕੰਪੇਅਰ ਨਾ ਕਰਨਾ। ਹੀਨ ਭਾਵਨਾ ਆਉਂਦੀ ਹੈ। ਇਹ ਜਿਹੜਾ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਦੇਖ ਰਹੇ ਹਾਂ ਡਿਪਰੈਸ਼ਨ ਦੇ ਵਿੱਚ, ਛੋਟੇ ਛੋਟੇ ਬੱਚੇ ਸੁਸਾਈਡ ਕਰ ਰਹੇ ਨੇ, ਕਮਾਲ ਹੈ ਕਿ 8ਵੀਂ 9ਵੀਂ ਦਾ ਬੱਚਾ ਸੁਸਾਈਡ ਕਰ ਰਿਹਾ। ਅਸੀਂ ਆਪ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਪਾ ਦਿੰਦੇ ਹਾਂ ਕਿ ਤੇਰੇ ਨੰਬਰ ਉਸ ਤੋਂ ਘੱਟ ਕਿਵੇਂ ਆ ਗਏ। ਉਹ ਬੱਚਿਆਂ ਨੂੰ ਅਸੀਂ ਹੀਨ ਭਾਵਨਾ ਵਿੱਚ ਲੈ ਆਉਂਦੇ ਹਾਂ। ਤੋ ਐਵਰੀ ਡੇ ਟਰਾਈ ਟੂ ਡੂ ਐਨ ਐਕਟ ਆਫ ਚੈਰਿਟੀ ਬਿਫੋਰ ਚਾਈਲਡ। ਬਹੁਤ ਜ਼ਰੂਰੀ ਹੈ। ਚੈਰਿਟੀ ਦਾ ਜਿਹੜਾ ਹੈ ਉਹ ਜੋ ਇੰਜੈਕਸ਼ਨ ਲਗਾਉਣਾ ਹੈ ਉਹਦੇ ਸਾਹਮਣੇ ਚੈਰਿਟੀ ਕਰੋ। ਬੀ ਰਿਸਪੈਕਟਫੁਲ ਟੂ ਐਲਡਰਲੀ। ਕਿ ਬੱਚਿਆਂ ਦੇ ਸਾਹਮਣੇ ਆਪਣੇ ਬਜ਼ੁਰਗਾਂ ਦਾ, ਵੱਡਿਆਂ ਦਾ ਸਤਿਕਾਰ ਕਰੋ। ਬੱਚਿਆਂ ਦੇ ਵਿੱਚ ਜੋ ਹੈ, ਬੱਚਿਆਂ ਨੂੰ ਮੈਂ ਕਹਿਣਾ ਇਹ ਚਾਹੁੰਦਾ ਕਿ ਬੱਚਿਆਂ ਨੂੰ ਇਨਵੋਲਵ ਕਰੋ ਆਪਣੇ ਨਾਲ। ਪਾਠ ਕਰਨ ਬੈਠੇ ਹੋ, ਗੁਰਦੁਆਰੇ ਜਾ ਰਹੇ ਹੋ, ਕੋਈ ਹੋਰ ਚੰਗਾ ਕੰਮ ਕਰ ਰਹੇ ਹੋ, ਬੱਚਿਆਂ ਨੂੰ ਨਾਲ ਇਨਵੋਲਵ ਕਰੋ। ਇਨਵੋਲਵਮੈਂਟ ਬਹੁਤ ਜ਼ਰੂਰੀ ਹੈ। ਇਫ ਯੂ ਟੈਲ ਦੈਮ ਦੇ ਵਿਲ ਫੋਰਗੈਟ। ਜੇ ਉਹਨੂੰ ਸਿਰਫ ਤਾਂ ਦੱਸਦੇ ਰਹੋਗੇ ਤਾਂ ਉਹ ਭੁੱਲ ਜਾਏਗਾ। ਇਫ ਯੂ ਸ਼ੋ ਦੈਮ ਦੇ ਵਿਲ ਰਿਮੈਂਬਰ। ਇਫ ਯੂ ਇਨਵੋਲਵ ਦੈਮ ਦੇ ਵਿਲ ਅੰਡਰਸਟੈਂਡ। ਬੱਚੇ ਫਰਜਾਈਲ ਨੇ, ਕੈਚ ਦੈਮ ਯੰਗ। ਬਚਪਨ ਤੋਂ ਹੀ ਉਹਨਾਂ ਨੂੰ ਸਮਝਾਉਣਾ ਸ਼ੁਰੂ ਕਰ ਦਿਓ ਇਹ ਫਰਜਾਈਲ ਨੇ। ਕੋਈ ਬੜੀ ਕੀਮਤੀ ਸਮਾਨ ਟਰਾਂਸਪੋਰਟ 'ਤੇ ਜਾਂਦਾ ਨਾ, ਕਦੀ ਵੀ ਦੇਖਣਾ ਤੇ ਵੱਡੇ ਵੱਡੇ ਡੱਬਿਆਂ ਦੇ ਉੱਤੇ ਉਹਦੇ 'ਤੇ ਲਿਖਿਆ ਹੁੰਦਾ ਫਰਜਾਈਲ, ਹੈਂਡਲ ਵਿਦ ਕੇਅਰ। ਇਹ ਬੱਚੇ ਤੁਹਾਡੇ ਹੈਂਡਲ ਵਿਦ ਕੇਅਰ ਵਾਲੀ ਗੱਲ ਹੈ। ਫॉर गॉड ਸੇਕ ਛੋਟੀਆਂ ਛੋਟੀਆਂ ਗੱਲਾਂ। ਬੀ ਏ ਬੈਟਰ ਲਿਸਨਰ ਦੈਨ ਟਾਕਰ। ਡੋਂਟ ਬੁਲੀ। ਮਰਦਗਰਦੀ ਨਾ ਕਰੋ ਬੱਚਿਆਂ ਨਾਲ। ਉਹਨਾਂ ਦੀਆਂ ਸਮੱਸਿਆਵਾਂ ਸੁਣੋ, ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਹੈ। ਤਾਂ ਮੈਂ ਇੱਕ ਲਾਈਨ ਨੋਟ ਕੀਤੀ ਸੀ ਪੁਰਾਣੇ ਸ਼ਾਸਤਰਾਂ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਬਾਰੇ। ਲਾਲਯੇਤ ਪੰਚ ਵਰਸਾਰੀ 10 ਵਰਸ਼ਨ ਤਾਂਡਯੇਤ ਪਾਰਪੇ ਤੈਨੂੰ ਸੋਟ ਸੇ ਵਰੇਸ਼ ਪੁੱਤਰਮ ਮਿੱਤਰ ਵਰਤ ਅਚੇਤ। ਇਹਦਾ ਮਤਲਬ ਇਹ ਹੈ ਕਿ ਫਾਰ ਫਸਟ 5 years ਟਰੀਟ ਵਿਦ ਲਵ। ਪਹਿਲੇ 5 ਸਾਲ ਬੱਚਿਆਂ ਨੂੰ ਪਿਆਰ ਦੇ ਨਾਲ ਰੱਖਣਾ ਹੈ। ਨੈਕਸਟ 10 years ਕੀਪ ਦੈਮ ਅੰਡਰ ਡਿਸਿਪਲਨ। 15 ਸਾਲ ਦੀ ਉਮਰ ਤੱਕ ਪਿਆਰ ਅਤੇ ਡਿਸਿਪਲਨ। ਫਿਰ ਉਹ ਕਹਿੰਦਾ ਵੈਨ ਬਿਕਮਸ ਆਫ 16 years ਟਰੀਟ ਦੈਮ ਐਜ਼ ਏ ਫਰੈਂਡ। ਮੈਂ ਤੁਹਾਨੂੰ ਉਸ ਦਿਨ ਗੱਲ ਕਰ ਰਿਹਾ ਸੀ ਜਨੇਵਾ ਦੇ ਫਿਲੋਸਫਰ ਰੂਸੋ ਦੀ। ਮੈਂ ਰੂਸੋ ਪੜ੍ਹਿਆ ਅਤੇ ਉਹਦੇ ਵਿੱਚ ਵੀ ਮੈਨੂੰ ਇੰਝ ਲੱਗਦਾ ਜਿਵੇਂ ਇਹ ਵੱਡੇ ਵੱਡੇ ਫਿਲੋਸਫਰਾਂ ਨੇ ਸਾਡੇ ਵੇਦ ਵੀ ਪੜ੍ਹੇ ਨੇ, ਸ਼ਾਸਤਰ ਵੀ ਪੜ੍ਹੇ ਨੇ, ਗੁਰੂ ਗ੍ਰੰਥ ਸਾਹਿਬ ਵੀ ਪੜ੍ਹਿਆ। ਰੂਸੋ ਕਹਿ ਰਿਹਾ ਹੈ ਦ ਫਸਟ to the age of about 12 when children are guided by their emotions and impulses। ਰੂਸੋ ਇਹ ਕਹਿ ਰਿਹਾ ਹੈ ਕਿ ਪਹਿਲੇ 10-12 ਸਾਲ ਬੱਚੇ ਨੂੰ ਇਮੋਸ਼ਨਸ ਨਾਲ ਔਰ ਮਾਨਸਿਕ ਪ੍ਰੇਰਨਾ ਨਾਲ ਜੋ ਹੈ ਉਹ ਸਮਝਾਓ। ਫਿਰ ਕਹਿ ਰਿਹਾ ਡਿਊਰਿੰਗ ਦਾ ਸੈਕਿੰਡ ਸਟੇਜ ਫਰੋਮ 12 to 16 12 ਤੋਂ 16 ਸਾਲ ਦੀ ਉਮਰ ਵਿੱਚ ਰੀਜ਼ਨ ਸਟਾਰਟ ਟੂ ਡਿਵੈਲਪ। ਹੁਣ 12 ਤੋਂ 16 ਸਾਲ ਦੀ ਉਮਰ ਦੇ ਵਿੱਚ ਬੱਚੇ ਸਵਾਲ ਪੁੱਛਦੇ ਨੇ। ਉਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਫਿਰ ਉਹ ਕਹਿੰਦਾ ਹੈ ਕਿ ਫਾਈਨਲੀ ਦਾ ਥਰਡ ਸਟੇਜ ਫਰੋਮ ਦਾ ਏਜ ਆਫ 16 ਔਨਵਰਡ 16 ਸਾਲ ਤੋਂ ਫਿਰ ਅੱਗੇ ਵੈਨ ਦਾ ਚਾਈਲਡ ਡਿਵੈਲਪਸ ਇਨਟੂ ਐਨ ਅਡਲਟ। ਜਦੋਂ ਬੱਚਾ ਅਡਲਟ ਹੋ ਜਾਂਦਾ ਹੈ ਫਿਰ ਤੁਹਾਨੂੰ ਐਜ਼ ਏ ਫਰੈਂਡ ਉਸ ਦੇ ਨਾਲ ਡੀਲ ਕਰਨਾ ਹੈ। ਇਹ ਰੂਸੋ ਵਰਲਡ ਦਾ ਬਹੁਤ ਵੱਡਾ ਇੱਕ ਫਿਲੋਸਫਰ ਹੋਇਆ। ਤਾਂ ਸਾਨੂੰ ਆਪਣਾ ਦਾਇਰਾ ਬੜਾ ਵਿਸ਼ਾਲ ਕਰਨਾ ਪਏਗਾ। ਹਰੇਕ ਜੀਵ ਦਾ ਇੱਕ ਦਾਇਰਾ ਹੁੰਦਾ ਹੈ। ਹਰੇਕ ਘਰ ਦਾ ਦਾਇਰਾ ਹੈ, ਹਰੇਕ ਧਰਮ ਦਾ ਦਾਇਰਾ ਹੈ, ਹਰੇਕ ਕੌਮ ਦਾ ਦਾਇਰਾ ਹੁੰਦਾ ਹੈ। ਇਸ ਦਾਇਰੇ ਦੇ ਵਿੱਚ ਪਿਤਾ ਪੁੱਤਰ, ਪਤੀ ਧੀ, ਭੈਣ, ਸਮਾਜ
ਇਹ ਸਭ ਆ ਜਾਂਦੇ ਨੇ, ਇਹ ਸਾਰੇ ਦਾਇਰੇ ਨੇ। ਬੱਚਿਆਂ ਨੂੰ ਇਹ ਦੱਸਣਾ ਕਿ ਜੀਵਨ ਵਿੱਚ ਆਪਣੇ ਦਾਇਰੇ ਵਿੱਚ ਰਹਿਣ ਨੂੰ ਸੰਜਮ ਕਹਿੰਦੇ ਨੇ। ਜਿਹੜੀ ਲਾਈਫ ਦੀ ਜੀਵਨ ਜਾਚ ਹੈ, ਵੇ ਆਫ ਲਾਈਫ, ਇਹ ਸੰਜਮ ਹੈ। ਕਈ ਤਾਂ ਕਹਿੰਦੇ ਨੇ ਦਾਇਰੇ ਮੇਂ ਸਭ ਲਕੀरें दायरा बन जाएंगी। ਜਿਸ ਨੂੰ ਸੰਜਮ ਆਖਦੇ ਉਹ ਫਿਰ ਹਰ ਜ਼ਿੰਦਗੀ ਦੇ ਹਰ ਸਟੇਜ ਦੇ ਉੱਤੇ ਉਹ ਸੰਜਮ ਦਿਖਾਏਗਾ। ਪਰਿਵਾਰ ਵਿੱਚ ਇਹ ਦਾਇਰਾ ਫਰਜ਼ ਹੁੰਦੇ ਨੇ, ਕਰਤੱਵ ਹੁੰਦੇ ਨੇ। ਧਰਮ ਵਿੱਚ ਇਸ ਦਾਇਰੇ ਨੂੰ ਮਰਿਆਦਾ ਕਹਿੰਦੇ ਨੇ, ਕੋਡ ਆਫ ਕੰਡਕਟ। ਔਰ ਸਮਾਜ ਵਿੱਚ ਇਸ ਦਾਇਰੇ ਨੂੰ ਪਰੰਪਰਾ ਕਹਿੰਦੇ ਨੇ, ਪਰੰਪਰਾਵਾਂ ਚੱਲ ਰਹੀਆਂ ਨੇ ਸਮਾਜ ਦੀਆਂ। ਇਹ ਸਾਰਾ ਅਸੀਂ ਦੱਸਣਾ ਹੈ। ਫੌਜ ਵਿੱਚ, ਆਰਮੀ ਦੇ ਵਿੱਚ ਇਸ ਦਾਇਰੇ ਨੂੰ ਅਨੁਸ਼ਾਸਨ, ਡਿਸਿਪਲਨ ਕਹਿੰਦੇ ਨੇ। ਔਰ ਖੁਸ਼ੀ ਇਸ ਦਾਇਰੇ ਵਿੱਚ ਵਿਚਰਨ ਵਿੱਚ ਮਿਲਣੀ ਹੈ। ਔਰ ਅਗਰ ਅਸੀਂ ਆਪਣੇ ਦਾਇਰੇ ਵਿੱਚ ਰਵਾਂਗੇ, ਸਾਡੀ ਪਛਾਣ ਬਣੀ ਰਹੇਗੀ, ਸਾਡੀ ਹੋਂਦ ਬਣੀ ਰਹੇਗੀ, ਸਾਨੂੰ ਸਾਡਾ ਸਪੇਸ ਜੋ ਮਿਲ ਜਾਏਗਾ। ਤੋ ਐਜ਼ ਪੇਰੈਂਟ, ਇੱਕ ਮਾਤਾ ਪਿਤਾ ਦੇ ਨਾਤੇ ਸਾਨੂੰ ਸਭ ਨੂੰ, ਤੁਹਾਨੂੰ, ਸਾਨੂੰ ਸਭ ਨੂੰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਡਿਊਟੀਫੁਲ ਹੋਣ, ਸਾਡੇ ਆਖੇ ਵੀ ਲੱਗਣ, ਸਾਡੇ ਕਹਿਣੇ ਵਿੱਚ ਵੀ ਚੱਲਣ, ਤਾਂ ਨਸ਼ਿਆਂ ਤੋਂ ਜਿਹੜੇ ਬੱਚੇ ਰਹਿਣ, ਬੱਚੇ ਸਿਹਤਮੰਦ ਵੀ ਹੋਣ, ਇੱਕ ਚੰਗੇ ਜ਼ਿੰਮੇਵਾਰ ਇਨਸਾਨ ਬਣਨ। ਤਾਂ ਉਸ ਲਈ ਪਰਵਰਿਸ਼ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਇੱਕ ਮੈਡੀਕਲ ਖੋਜ ਹੋਈ ਸੀ ਜਿਹੜੀ ਲਗਭਗ 10 ਸਾਲ ਉਹ ਮੈਡੀਕਲ ਖੋਜ 'ਚ ਉਹਨਾਂ ਨੇ ਕੀਤੀ ਹੈ। ਉਹਦੀ ਰਿਪੋਰਟ ਮੈਨੂੰ ਮਿਲੀ ਕਿੱਥੋਂ, ਅਤੇ ਮੈਂ ਰਿਪੋਰਟ ਅਨੁਸਾਰ ਮੈਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੂੰ ਵੈਲਿਊ ਸਿਸਟਮ ਬਚਪਨ ਹੀ ਦੇ ਦਿੱਤਾ, ਉਸਨੇ ਤਾਂ ਮੈਂ ਇਹ ਲਿਖਿਆ ਸੀ ਕਿ ਪਰਮਾਤਮਾ ਦੇ ਨਾਲ ਜਿਨ੍ਹਾਂ ਦਾ ਜਿਹੜਾ ਬੋਧ, ਜਿਨ੍ਹਾਂ ਘਰਾਂ ਵਿੱਚ ਬੱਚਿਆਂ ਨੂੰ ਕਰਵਾਇਆ ਗਿਆ, ਮੈਂ ਜਿੱਥੇ ਵੀ ਪਰਮਾਤਮਾ ਜਾਂ ਧਰਮ ਆਉਂਦਾ ਮੈਂ ਉਹਨੂੰ ਵੈਲਿਊ ਸਿਸਟਮ ਨਾਲ ਲੈਣਾ। ਤਾਂ ਉੱਥੇ ਬੱਚੇ ਵਧੇਰੇ ਸ਼ਾਂਤਮਈ ਸਨ। ਪਹਿਲਾ ਬਿਹੇਵੀਅਰ ਵਾਈਜ਼ ਬਹੁਤ ਅਵਲ ਸੀ, ਤੀਸਰਾ ਪੜ੍ਹਾਈ ਵਿੱਚ ਹੁਸ਼ਿਆਰ ਸੀ, ਔਰ ਚੌਥਾ ਤਨ ਅਤੇ ਮਨ ਦੇ ਤੌਰ 'ਤੇ ਤੰਦਰੁਸਤ ਸੀ। ਇਹ ਬੱਚਿਆਂ ਦੀ ਪਰਵਰਿਸ਼ ਦਾ ਜਿੱਥੇ ਇਹ ਹੋਇਆ, ਇਹ 10 ਸਾਲ ਜਿਹੜੀ ਹੈ ਉਹਨਾਂ ਨੇ ਇਸ 'ਤੇ ਮੈਡੀਕਲ ਖੋਜ ਜਿਹੜੀ ਕੀਤੀ। ਤੋ ਗੁਰਬਾਣੀ ਦੇ 'ਚ ਬੜਾ ਖੂਬਸੂਰਤ ਮਿਲਦਾ ਇੰਸਟੈਂਸ ਕਿ ਮਿਲ ਸੰਗਤ ਗੁਣ ਪ੍ਰਗਾਸ। ਹੁਣ ਇਹ ਸੰਗਤ ਨੂੰ ਨਾ ਆਪਾਂ ਸਮਝ ਲਈਏ, ਸੰਗਤ ਆਪਣੇ ਬੱਚਿਆਂ ਨਾਲ ਵੀ ਕਦੀ ਕਦੀ ਕਰ ਲਈਏ, ਸੰਗਤ ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਦੋਸਤਾਂ ਨਾਲ, ਚੰਗੇ ਪੁਰਖਾਂ ਨਾਲ, ਜਿਹੜੀ ਸਤ ਸੰਗਤ ਤਾਂ ਕਹਿੰਦੇ ਨਾ, ਬੀ ਟਰੂਥਫੁਲ ਟੂ ਯੂਅਰ ਸੈਲਫ, ਇੱਕ ਇਹ ਵੀ ਕਦੀ ਸੰਗਤ ਹੋਣੀ ਚਾਹੀਦੀ ਹੈ। ਤਾਂ ਹੁਣ ਆਉਣ ਵਾਲੀ ਜਨਰੇਸ਼ਨ ਅਤੇ ਹਸਤੀ ਦਾ ਜਿਹੜਾ ਸਾਡੀ ਹਸਤੀ ਅਤੇ ਸਾਡੀ ਹੋਂਦ ਦਾ ਜਿਹੜਾ ਬੜਾ ਵੱਡਾ ਸਵਾਲ ਹੈ। ਅਖੀਰ ਮੈਂ ਜਿਹੜਾ ਖ਼ਤਮ ਕਰਨਾ ਚਾਹੁੰਦਾ ਗੱਲ, ਉਹ ਟਾਈਮ ਦੀ ਮੈਂ ਗੱਲ ਕਰ ਰਿਹਾ ਕਿ ਸਾਨੂੰ ਟਾਈਮ ਮੈਨੇਜਮੈਂਟ ਆਪਣੇ ਬੱਚਿਆਂ ਵੱਲ ਲਿਜਾਣ ਦੱਸਣਾ ਪਏਗਾ। ਇੱਕ ਬੜੀ ਪਿਆਰੀ ਮੈਨੂੰ ਲਾਈਨ ਮਿਲੀ ਗੁਰੂ ਗ੍ਰੰਥ ਸਾਹਿਬ ਤੋਂ, ਤੁਸੀਂ ਦੇਖੋ ਵੀ ਕਮਾਲ ਕਰ ਦਿੱਤੀ ਕਬੀਰ ਜੀ ਨੇ। ਕਬੀਰ ਜੀ ਕਹਿੰਦੇ ਨੇ ਕਿ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਹੁਣ ਇਸ ਨੂੰ ਨਾ ਆਪਾਂ ਸਮਝੀਏ ਕਿ ਬਿਹਾਈਂਡ ਦੀ ਲਾਈਨ ਕੀ ਹੈ। ਬਿਹਾਈਂਡ ਦੀ ਲਾਈਨ ਇਹੀ ਹੈ ਕਿ ਇੱਕ ਪਲ ਵੀ ਚੰਗੀ ਸੋਬਤ ਹੋ ਜਾਏ ਤਾਂ ਉਹਦਾ ਜੋ ਹੈ ਨਾ ਲਾਭ ਮਿਲ ਜਾਂਦਾ। ਇਹ ਮੈਂ ਮਾਂ ਬਾਪ ਨੂੰ ਕਹਿਣਾ ਚਾਹੁੰਦਾ ਕਿ ਮਾਂ ਬਾਪ ਬੱਚਿਆਂ ਨਾਲ ਕੁਛ ਟਾਈਮ ਜ਼ਰੂਰ ਦੇਣ। ਇਹ ਬਹੁਤ 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 ਜ਼ਰੂਰੀ ਹੈ। ਉਹ ਕਹਿੰਦੇ ਨੇ ਕਿ ਇੱਕ ਚੰਗੀ ਸੁਸਾਇਟੀ ਤਾਂ ਹੀ ਬਣ ਸਕਦੀ ਹੈ ਜਦੋਂ ਬਜ਼ੁਰਗ ਜਾਂ ਜਿਹੜੇ ਵੱਡੇ ਨੇ ਉਹ ਐਸੇ ਬ੍ਰਿਛ ਲਗਾਉਣ, ਜਿਨ੍ਹਾਂ ਬ੍ਰਿਛਾਂ ਦੀ ਛਾਵਾਂ ਹੇਠ ਉਹਨਾਂ ਨੇ ਤਾਂ ਨਹੀਂ ਬਹਿਣਾ, ਪਰ ਆਉਣ ਵਾਲੀ ਜਨਰੇਸ਼ਨ ਨੇ ਬਹਿਣਾ। ਇਹ ਸਾਡਾ ਸਭ ਦਾ, ਮੇਰਾ, ਤੁਹਾਡਾ ਸਭ ਦਾ ਇਹ ਅਖਲਾਕੀ ਫਰਜ਼ ਹੈ। ਤੋ ਅਖੀਰ ਵਿੱਚ ਮੈਂ ਇੱਕ ਵਾਰ ਇਹ ਗੱਲ ਜ਼ਰੂਰ ਫਿਰ ਕਹਾਂਗਾ ਕਿ ਜਿਹੜਾ ਮੈਨੇਜਮੈਂਟ ਹੈ ਪਰਵਰਿਸ਼ ਦਾ, ਇਹ ਇੱਕ ਆਰਟ ਹੈ। ਔਰ ਇਹ ਆਰਟ ਦੇਖਣ ਦੀ, ਆਰਟ ਸਮਝਣ ਦੀ, ਆਰਟ ਜਿਹੜਾ ਆਪਣੇ ਆਪ ਦੇ ਵਿੱਚ ਲਿਆਉਣ ਦੀ ਸਾਨੂੰ ਆਦਤ ਪਏਗੀ ਤਾਂ ਆਰਟਿਸਟ ਪੈਦਾ ਹੋਣਗੇ। ਤੋ ਜੇ ਆਰਟ ਵਿਕਸਿਤ ਨਾ ਹੋਇਆ ਤਾਂ ਫਿਰ ਜਿਹੜੀ ਹੈ ਨਾ ਉਹ ਬੱਚਿਆਂ ਦੇ ਵਿੱਚ ਜਿਹੜੀ ਅਵੇਅਰਨੈਸ ਅੱਜ ਆਉਣੀ ਚਾਹੀਦੀ ਹੈ ਉਹ ਨਹੀਂ ਆਏਗੀ। ਤੋ ਜੇ ਬ੍ਰਿਜਿੰਗ ਦਾ ਗੈਪ ਬਿਟਵੀਨ ਯੰਗਸਟਰਸ ਐਂਡ ਵੈਲਿਊ ਸਿਸਟਮ ਜਾਂ ਗੁਰੂ ਗ੍ਰੰਥ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਗੈਪ ਨੂੰ ਬ੍ਰਿਜ ਕਰੀਏ, ਅਸੀਂ ਆਪ ਇੰਜੀਨੀਅਰ ਬਣੀਏ ਕਿ ਇਸ ਬ੍ਰਿਜ ਨੂੰ ਦਾ ਜਿਹੜਾ ਗੈਪ ਹੈ ਇਹ ਇਸ ਨੂੰ ਇਤਨਾ ਮਾਕੂਲ ਔਰ ਇਤਨਾ ਜ਼ਬਰਦਸਤ ਸਟਰੈਂਥਨ ਕਰ ਦਈਏ ਕਿ ਸਾਡੀ ਜਨਰੇਸ਼ਨ ਜਿਹੜੀ ਐਸੇ ਦਰਖਤ ਲਗਾ ਦਈਏ ਕਿ ਉਹਨਾਂ ਦਰਖਤਾਂ ਦੀ ਛਾਵਾਂ ਹੇਠ
ਤੇ ਜਦੋਂ ਸਾਡੀ ਜਨਰੇਸ਼ਨ ਉਹ ਛਾਂ ਮਾਣੇ ਤਾਂ ਇਹ ਪ੍ਰਾਊਡ ਵੀ ਕਰੇ ਕਿ ਸਾਡੇ ਵੱਡੇ ਵਡੇਰੇ ਇਸ ਤਰ੍ਹਾਂ ਦੇ ਸੀ। ਤੋ ਇਹ ਅੱਜ ਦਾ ਲੈਕਚਰ ਹੈ ਜੀ, ਬੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।